जोरी नमो कर जोरी। गुर हर कृष्ण मनाऊं बहोरी। गुर तेग बहादुर परम कृपाला जी परम कृपाला। श्री गुरु गोबिंद सिंह बिसाला। तरु तरा पर पुन पुन सीसा वाहिगुरु पुन पुन सीसा। बंदों बार बार जगदीशा। जिसमें है अमृत ज्ञान है मानक भगत बैराग। श्री गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन कौ बंदना सिर चरणन पर तार। एक ओंकार सतगुरु तेह प्रसाद सच होए। वाहिगुरु जी की फतेह है विघ्न विनाशन सोए। एक ओंकार सतगुरु तेह प्रसाद सच होए। वाहिगुरु जी की फतेह है विघ्न विनाशन सोए। सतनाम श्री वाहिगुरु साहिब जी। इस भांत करियो घर फेर गए। पद बंदत गंग आनंद किए। निसबास करै घर फेर सदा। हर मंदर आवह प्रात जदा। इस भांत करियो घर फेर गए। वाहिगुरु जी का खालसा वाहिगुरु जी की फतेह। जुगो जुग अटल चवर छतर तख्त जी दे मालक। दसां ही पातशाहियों की आत्मक जोत धन धन साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर गुरुद्वारा मंजी साहिब दीवान हाल सचखंड श्री हरमंदर साहिब श्री अमृतसर साहिब जी विखे दिन दे चौथे पैर दे सुंदर दीवान चल रहे हैं। सजे हुए दीवाना अंदर अति सन्मानयोग रागी संघां पासों आप संगतां ने अमृतमयी इलाही गुरबाणी का कीर्तन सरवण किया है। आओ गुर संगत जी हुण समा है जो चल रही लड़ीवार गुर इतिहास की कथा आपां सरवण करते आ रहे हाँ। कल दे दीवाना विच आपां सरवण कीता सी शहीदां दे सरताज शांति दे पुंज बाणी के बोहित पंचम पातशाह श्री गुरु अर्जन देव साहब सच्चे पातशाह जी श्री रामसर साहब वाले अस्थान ते सतगुरां ने भाई गुरदास साहब जी पासों श्री ग्रंथ साहब की बीड़ लिखवाई है। जदों ये बीड़ संपूर्ण हुई सिख संगतां नूं सुनेहा भेजे। संगतां बड़े उत्साह दे नाल श्री रामसर साहब वाले अस्थान ते अपने नाल कीमती भेटावां प्रसाद लैके गुरु साहब जी दे दर्शन करन वास्ते पहुंचियां। सतगुरु गुरु अर्जन देव साहब सच्चे पातशाह जी दे कोल महाराज जी नूं एकांत दे करके सतगुरां दे कोल कलयुग वो भी चल के आया। उन्हें भी आके बेनती की है कि महाराज मेरे समय दे विच तुहाडा अवतार होया है ते आप जी ने मनुखां दे उधार वास्ते श्री ग्रंथ साहब की बीड़ लिखवाई है। क्योंकि मेरे समय अंदर झूठ कूड़ अते इन्हां जिहड़े विकारां दा बहुत वड्डा प्रभाव लोकां ते है।
ਲੋਕਾਂ ਦੇ ਵਿੱਚ ਨਿਰਦਈਪੁਣਾ ਅਤੇ ਅਤਿਆਚਾਰ ਜ਼ੁਲਮ ਇਸ ਤਰ੍ਹਾਂ ਦੇ ਕੁਕਰਮ ਲੋਕ ਕਰਦੇ ਹਨ। ਪਰ ਜਿੱਥੇ ਜਿੱਥੇ ਤੁਹਾਡੀ ਬਾਣੀ ਦਾ ਪ੍ਰਵਾਹ ਚੱਲਦਾ ਹੈ ਉੱਥੇ ਮੇਰਾ ਜ਼ੋਰ ਨਹੀਂ ਚੱਲਦਾ, ਮੈਂ ਬਲ ਤੋਂ ਹੀਣਾ ਹੋ ਜਾਨਾ। ਤੇ ਮਹਾਰਾਜ ਮੈਨੂੰ ਵੀ ਆਗਿਆ ਦਿਓ ਕਿ ਜਦੋਂ ਸੰਗਤ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਤੇ ਮੈਂ ਵੀ ਉਸ ਸਮੇਂ ਜਾਵਾਂ ਤੇ ਤੁਹਾਡੇ ਦਰਸ਼ਨ ਕਰ ਸਕਾਂ। ਤੇ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਜਿੰਨਾ ਸਮਾਂ ਸਤਿਨਾਮ ਦਾ ਜਾਪ ਹੋਵੇ, ਕਥਾ ਕੀਰਤਨ ਦਾ ਪ੍ਰਵਾਹ ਚੱਲੇ, ਉਹਨਾਂ ਸਮਾਂ ਤੂੰ ਸੰਗਤ ਵਿੱਚ ਨਹੀਂ ਜਾਣਾ। ਜਦੋਂ ਪ੍ਰਸ਼ਾਦ ਲਿਆ ਕੇ ਰੱਖਿਆ ਜਾਵੇ, ਅਰਦਾਸ ਹੋਵੇ, ਜਦੋਂ ਪ੍ਰਸ਼ਾਦ ਵਰਤਾਇਆ ਜਾਵੇ ਤੇ ਬਹੁਤਾ ਰੋਲਾ ਪੈਂਦਾ ਹੈ, ਉਦੋਂ ਤੈਨੂੰ ਜਾਣ ਦੀ ਆਗਿਆ ਹੈ, ਉਦੋਂ ਤੂੰ ਜਾ ਕੇ ਦਰਸ਼ਨ ਕਰ ਸਕਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਕਲਯੁਗ ਜਿਹੜਾ ਸੀ ਉਹ ਵੀ ਪ੍ਰਸੰਨ ਹੋਇਆ ਤੇ ਖੁਸ਼ੀ-ਖੁਸ਼ੀ ਵਾਪਸ ਚਲਾ ਗਿਆ। ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਰਾਮਸਰ ਸਾਹਿਬ ਵਾਲੇ ਅਸਥਾਨ ਤੇ ਪਹੁੰਚੀਆਂ ਨੇ। ਬੜੇ ਸੁੰਦਰ ਫੁੱਲ ਲੈ ਕੇ, ਫਲ ਲੈ ਕੇ, ਤਰ੍ਹਾਂ ਤਰ੍ਹਾਂ ਦੇ ਪ੍ਰਸ਼ਾਦ ਲੈ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਭੇਟਾਵਾਂ ਭੇਟ ਕੀਤੀਆਂ ਨੇ। ਸੁੰਦਰ ਫੁੱਲਾਂ ਦੀਆਂ ਮਾਲਾਂ ਗੁਰੂ ਸਾਹਿਬ ਜੀ ਦੇ ਗਲ ਵਿੱਚ ਪਾਈਆਂ ਨੇ ਤੇ ਕੁਝ ਜਿਹੜੇ ਫੁੱਲਾਂ ਦੇ ਹਾਰ ਸਨ ਸਤਿਗੁਰਾਂ ਨੇ ਲੈ ਕੇ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ ਤਿਆਰ ਕੀਤੀ ਹੈ ਉਹਦੇ ਪਾਸ ਰੱਖੇ ਨੇ। ਚੰਦਨ ਅਤੇ ਕੇਸਰ ਨੂੰ ਘਸਾ ਕੇ ਸੁਗੰਧੀਆਂ ਦਾ ਛਿੜਕਾਅ ਕੀਤਾ ਹੈ। ਇਉਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਜੋ ਲਿਖਵਾਈ ਹੈ ਉਹਦਾ ਆਪ ਇਹਨਾਂ ਅਦਬ ਤੇ ਸਤਿਕਾਰ ਕੀਤਾ। ਫਿਰ ਗੁਰੂ ਸਾਹਿਬ ਜੀ ਨੇ ਰਾਮਸਰ ਸਾਹਿਬ ਵਾਲੇ ਅਸਥਾਨ ਦਾ ਮਹਾਤਮ ਦਰਸਾਇਆ ਕਿ ਜਿਹੜਾ ਵੀ ਭਾਵਨਾ ਦੇ ਸਹਿਤ ਇਸ ਅਸਥਾਨ ਤੇ ਆ ਕੇ ਦਰਸ਼ਨ ਕਰੇ, ਇਸ਼ਨਾਨ ਕਰੇ, ਉਹਦੇ ਪਾਪਾਂ ਦੀ ਨਿਵਰਤੀ ਹੋਵੇਗੀ। ਜਿਹੜਾ ਪ੍ਰੇਮ ਦੇ ਨਾਲ ਬਾਣੀ ਨੂੰ ਪੜ੍ਹੇ ਸੁਣੇਗਾ ਉਹ ਇਸ ਸੰਸਾਰ ਵਿੱਚ ਮਨ ਇੱਛਤ ਫਲ ਪਾਵੇਗਾ ਤੇ ਪਰਲੋਕ ਵਿੱਚ ਉਹਦਾ ਉਦਾਰ ਹੋਵੇਗਾ। ਇਉਂ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਲੈ ਕੇ ਸੰਗਤਾਂ ਸ਼ਾਮਾਂ ਦੇ ਸਮੇਂ ਵਾਪਸ ਮੁੜੀਆਂ ਨੇ। ਸਤਿਗੁਰੂ ਜੀ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸ਼੍ਰੀ ਹਰਿਮੰਦਰ ਸਾਹਿਬ ਆਏ ਨੇ, ਇੱਥੇ ਬੀੜ ਦਾ ਪ੍ਰਕਾਸ਼ ਜਿਹੜਾ ਸੀ ਉਹ ਕੀਤਾ ਹੈ। ਇੱਥੋਂ ਤੱਕ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਕਥਾ ਵਿਚਾਰ ਸਰਵਣ ਕੀਤੀ ਸੀ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਕਿ ਸਤਿਗੁਰੂ ਜੀ ਦੇ ਜੀਵਨ ਕਾਉਤਕਾਂ ਦੀ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦਾ ਅੰਮ੍ਰਿਤਮਈ ਜਸ ਕੰਨਾਂ ਨੂੰ ਡੂਨੇ ਬਣਾ ਕੇ ਇਸ ਅੰਮ੍ਰਿਤ ਨੂੰ ਪੀਣ ਦਾ ਯਤਨ ਕਰੀਏ। ਸਾਰੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਸ ਭਾਂਤ ਕਰਿਓ ਘਰ ਫੇਰ ਗਏ। ਇਸ ਤਰ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਬੀੜ ਦਾ ਪ੍ਰਕਾਸ਼ ਕੀਤਾ ਹੈ। ਕਿਸ ਤਰ੍ਹਾਂ ਇਹ ਬੀੜ ਦਾ ਪ੍ਰਕਾਸ਼ ਕਰਵਾਇਆ, ਕਿਹੜਾ ਮੁੱਖ ਵਾਕ ਆਇਆ, ਉਹ ਵਿਚਾਰ ਅੱਗੇ ਪ੍ਰਸੰਗ ਵਿੱਚ ਆਵੇਗੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਘਰ ਜਿੱਥੇ ਸਤਿਗੁਰੂ ਜੀ ਦਾ ਨਿਵਾਸ ਸਥਾਨ ਗੁਰੂ ਕੇ ਮਹਿਲ ਉੱਥੇ ਗਏ, ਕਿਉਂਕਿ ਉਹਨਾਂ ਸਮਾਂ ਸਤਿਗੁਰੂ ਜੀ ਗੁਰੂ ਕੇ ਸ਼੍ਰੀ ਰਾਮਸਰ ਸਾਹਿਬ ਵਾਲੇ ਅਸਥਾਨ 'ਤੇ ਉੱਥੇ ਮਹਾਰਾਜ ਨੇ ਆਪਣਾ ਆਸਣ ਰੱਖਿਆ ਤੇ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਬਾਣੀ ਲਿਖਵਾਉਂਦੇ ਰਹੇ। ਹੁਣ ਇਹ ਸਾਰਾ ਕਾਰਜ ਜਿਹੜਾ ਸੀ ਸੰਪੂਰਨ ਕਰਕੇ ਗੁਰਦੇਵ ਆਪਣੇ ਘਰ ਜਿੱਥੇ ਅੱਜ ਗੁਰੂ ਕੇ ਮਹਿਲ ਅਸਥਾਨ ਆਪਾਂ ਦਰਸ਼ਨ ਕਰਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਅਸਥਾਨ ਵੀ ਉਹੋ ਹੀ ਹੈ, ਉੱਥੇ ਸਤਿਗੁਰੂ ਜੀ ਦਾ ਨਿਵਾਸ ਅਸਥਾਨ ਸੀ। ਮਹਾਰਾਜ ਆਪਣੇ ਗ੍ਰਹਿ ਗੁਰੂ ਕੇ ਮਹਿਲਾਂ ਦੇ ਵਿੱਚ ਗਏ ਹਨ। ਪਦ ਬੰਦਤ ਗੰਗ ਆਨੰਦ ਕੀਏ। ਮਾਤਾ ਗੰਗਾ ਜੀ ਨੇ ਪਤੀ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕੀਤੇ ਨੇ। ਪ੍ਰਸੰਨ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ। ਨਿਸਬਾਸ ਕਰੈ ਘਰ ਫੇਰ ਸਦਾ। ਰਾਤ ਦੇ ਸਮੇਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪਣੇ ਨਿਵਾਸ ਸਥਾਨ ਗੁਰੂ ਕੇ ਮਹਿਲਾਂ ਦੇ ਵਿੱਚ ਬਤੀਤ ਕਰਦੇ ਹਨ। ਹਰ ਮੰਦਰ ਆਵਹਿ ਪ੍ਰਾਤ ਜਦਾ। ਜਦ ਸਵੇਰ ਹੁੰਦੀ ਹੈ ਤੇ ਸਤਿਗੁਰੂ ਜੀ ਹਰ ਰੋਜ਼, ਇਹ ਮਹਾਰਾਜ ਦਾ ਆਪਣਾ ਨੇਮ ਸੀ,
ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਸਥਾਨ ਦੇ ਦਰਸ਼ਨਾਂ ਵਾਸਤੇ ਸਤਿਗੁਰੂ ਹਰ ਰੋਜ਼ ਇੱਥੇ ਆਉਂਦੇ ਹਨ ਤਹਿ ਬੈਠੇ ਦਿਵਸ ਬਿਤਾਵਤ ਤੇ ਹੈ। ਹਰਿਮੰਦਰ ਸਾਹਿਬ ਇਸ ਸਥਾਨ ਤੇ ਬਿਰਾਜਮਾਨ ਹੋ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪਣਾ ਸਾਰਾ ਦਿਨ ਬਤੀਤ ਕਰਦੇ। ਉਹ ਸਿੱਖ ਵੀ ਭਾਗਾਂ ਵਾਲੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਸਮਾਂ ਬਤੀਤ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਬਾਹਰਲੀਆਂ ਸੇਵਾਵਾਂ ਵੀ ਗੁਰੂ ਸਾਹਿਬ ਜੀ ਨੇ ਦਿੱਤੀਆਂ, ਜਿਸ ਤਰ੍ਹਾਂ ਬੀੜ ਸਾਹਿਬ ਵਾਲੇ ਅਸਥਾਨ ਤੇ ਆਪਾਂ ਦਰਸ਼ਨ ਕਰਦੇ ਹਾਂ ਕਿ ਬਾਬਾ ਜੀ ਦਾ ਉੱਥੇ ਨਿਵਾਸ ਰਿਹਾ। ਭਾਈ ਗੁਰਦਾਸ ਸਾਹਿਬ ਕੁਝ ਸਮਾਂ ਸਤਿਗੁਰਾਂ ਦੇ ਕੋਲ ਰਹਿੰਦੇ, ਫਿਰ ਸਿੱਖੀ ਦੇ ਪ੍ਰਚਾਰ ਵਾਸਤੇ ਬਾਹਰ ਵਿਚਰਦੇ। ਇਸੇ ਤਰ੍ਹਾਂ ਭਾਈ ਸ਼ਾਲੂ ਜੀ, ਭਾਈ ਕਲਿਆਣਾ ਜੀ, ਭਾਈ ਜੇਠਾ ਜੀ, ਬਾਬਾ ਬਿਧੀ ਚੰਦ ਸਾਹਿਬ, ਇਹ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਨੇ ਇਹ ਗੁਰੂ ਸਾਹਿਬ ਜੀ ਦੇ ਕੋਲ ਰਹਿੰਦੇ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਇਸ ਸਥਾਨ ਤੇ ਦਰਸ਼ਨ ਕਰਨ ਵਾਸਤੇ ਆਉਂਦੀਆਂ। ਗੁਰੂ ਸਾਹਿਬ ਜੀ ਦੇ ਆਪਾਂ ਪਾਵਨ ਬਚਨ ਪੜ੍ਹਦੇ ਹਾਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆ। ਜਿਹੜਾ ਗੁਰੂ ਦੀ ਰਜ਼ਾ ਵਿੱਚ ਚੱਲਦਾ ਹੈ, ਜਿੱਥੇ ਵੀ ਰਹੇ ਉਹਦਾ ਜੀਵਨ ਸਫਲ ਹੈ। ਕਈ ਗੁਰੂ ਕੇ ਪਿਆਰ ਵਾਲੇ ਸਿੱਖ ਗੁਰੂ ਸਾਹਿਬ ਦੇ ਕੋਲ ਰਹਿ ਕੇ ਸੇਵਾ ਕਰਕੇ ਸਮਾਂ ਬਤੀਤ ਕਰਦੇ ਨੇ। ਆਪਣੇ ਆਪ ਨੂੰ ਭਾਗਾਂ ਵਾਲੇ ਜਾਣਦੇ ਨੇ ਕਿ ਗੁਰੂ ਸਾਹਿਬ ਦੀ ਸਾਡੇ ਤੇ ਖੁਸ਼ੀ ਹੈ, ਸਾਨੂੰ ਗੁਰੂ ਸਾਹਿਬ ਨੇ ਆਪਣੀ ਨੇੜਤਾ ਦਿੱਤੀ। ਕਈ ਗੁਰੂ ਕੇ ਸਿੱਖ ਬਾਹਰਲੀਆਂ ਸੇਵਾਵਾਂ ਨਿਭਾਉਂਦੇ ਨੇ। ਕਈ ਕਿਰਤੀ ਸਿੱਖ ਹਨ, ਕਰਦੇ ਆਪਣੀ ਕਿਰਤ ਨੇ, ਪਰ ਮਨ ਕਰਕੇ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਂਦੇ ਨੇ। ਉਹਨਾਂ ਦਾ ਜੀਵਨ ਵੀ ਭਲਾ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪਣਾ ਜਿਹੜਾ ਨਿਵਾਸ ਸੀ ਉਹ ਹਰਿਮੰਦਰ ਸਾਹਿਬ ਰੱਖਦੇ। ਸਾਧ ਸੰਗਤ ਤੇ ਆ ਜਿਹੜਾ ਮੰਜੀ ਸਾਹਿਬ ਵਾਲਾ ਸਥਾਨ ਹੈ ਬਾਹਰ ਥੜਾ ਸਾਹਿਬ, ਇੱਥੇ ਬਿਰਾਜਮਾਨ ਹੋ ਕੇ ਸਤਿਗੁਰੂ ਆਈਆਂ ਸੰਗਤਾਂ ਨੂੰ ਉਪਦੇਸ਼ ਵੀ ਦਿੰਦੇ। ਇਸੇ ਅਸਥਾਨ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹ ਵੀ ਕਥਾ ਕਰਦੇ ਰਹੇ। ਉਹਨਾਂ ਤੋਂ ਬਾਅਦ ਜਿਹੜੀ ਕਥਾ ਦੀ ਗਿਆਨੀਆਂ ਦੀ ਪ੍ਰਣਾਲੀ ਹੈ ਉਹ ਵੀ ਇਤਿਹਾਸ ਵਿੱਚ ਮਿਲਦੀ ਹੈ। ਇਹ ਸੀਨੇ ਬਸੀਨੇ ਜਿਹੜਾ ਕਥਾ ਦਾ ਪ੍ਰਵਾਹ ਸੀ ਉਹ ਮੰਜੀ ਸਾਹਿਬ ਵਾਲੇ ਅਸਥਾਨ ਤੇ ਚੱਲਦਾ ਰਿਹਾ। ਇਹ ਵੀ ਜ਼ਿਕਰ ਆਉਂਦਾ ਹੈ ਹਰਿਮੰਦਰ ਸਾਹਿਬ ਦੇ ਅੰਦਰ ਕਥਾ ਹੋਣ ਦਾ, ਪਰ ਇਸ ਅਸਥਾਨ ਦਾ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਮੰਜੀ ਸਾਹਿਬ ਵਾਲਾ ਜਿਹੜਾ ਸਥਾਨ ਸੀ ਇੱਥੇ ਗੁਰੂ ਸਾਹਿਬ ਆਪ ਬਿਰਾਜਮਾਨ ਹੋ ਕੇ ਆਈਆਂ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ। ਸੋ ਸਤਿਗੁਰੂ ਜੀ ਜਿਹੜਾ ਦਿਨ ਦਾ ਸਮਾਂ ਸੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇੱਥੇ ਬਤੀਤ ਕਰਦੇ ਹਰਿਮੰਦਰ ਸਾਹਿਬ। ਗੁਰਦਾਸ ਤੇ ਪਾਠ ਕਰਾਵਤ ਹੈ। ਗੁਰੂ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਪਾਠ ਸੁਣਦੇ ਹਨ। ਤਬ ਆਪ ਸੁਨੈ ਸਿੱਖ ਹੋਏ ਘਨੇ। ਜਿਹੜੇ ਸਤਿਗੁਰੂ ਜੀ ਆਪ ਵੀ ਬਾਣੀ ਨੂੰ ਸੁਣਦੇ ਹਨ, ਕਿਉਂਕਿ ਬਾਣੀ ਦਾ ਮਹਾਤਮ ਸਤਿਗੁਰਾਂ ਨੇ ਆਪ ਦੱਸਿਆ ਹੈ। ਜਿਸ ਬਾਣੀ ਨੂੰ ਸੁਣਨ ਦੇ ਨਾਲ ਸੁਣ ਹੋਵੇ ਪਰਮਗਤ ਮੇਰੀ। ਜਿੱਥੇ ਮਹਾਰਾਜ ਆਪ ਬੈਠ ਕੇ ਬਾਣੀ ਸੁਣਦੇ ਨੇ, ਉੱਥੇ ਆਈਆਂ ਸੰਗਤਾਂ ਨੂੰ ਵੀ ਬਾਣੀ ਦੇ ਮਹਾਤਮ ਨੂੰ ਦਰਸਾਉਂਦੇ ਹਨ। ਧਰ ਪ੍ਰੇਮ ਮਹਾ ਸਤਨਾਮ ਭਨੇ। ਤੇ ਸਾਰੇ ਗੁਰੂ ਕੇ ਸਿੱਖ ਬਹੁਤਾ ਪਿਆਰ ਹਿਰਦੇ ਵਿੱਚ ਧਾਰਨ ਕਰਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾਉਂਦਿਆਂ ਹੋਇਆਂ ਸਤਨਾਮ ਦਾ ਜਾਪ ਜਪਦੇ। ਸਤਨਾਮ ਦੇ ਵਿੱਚ ਗੁਰਮੰਤਰ ਵੀ ਆਉਂਦਾ ਹੈ, ਵਾਹਿਗੁਰੂ ਗੁਰਮੰਤਰ ਮੂਲ ਮੰਤਰ ਵੀ ਆਉਂਦਾ ਹੈ। ਸਤਨਾਮ ਦੇ ਵਿੱਚ ਆਪਾਂ ਜਿਹੜੀ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹਾਂ, ਸਤਨਾਮ ਦੇ ਵਿੱਚ ਕਥਾ ਕੀਰਤਨ ਦਾ ਪ੍ਰਵਾਹ ਵੀ ਚੱਲਦਾ ਹੈ। ਇਸ ਲਈ ਆਈਆਂ ਸੰਗਤਾਂ ਜਿਹੜੀਆਂ ਹਨ ਉਹ ਸਤਨਾਮ ਦਾ ਜਾਪ ਜਪਦੀਆਂ ਨੇ, ਕਥਾ ਕੀਰਤਨ ਪ੍ਰੇਮ ਦੇ ਨਾਲ ਸੁਣਦੀਆਂ ਹਨ। ਨਿਤ ਰੀਤ ਇਸੀ ਸੋ ਬਤੀਤ ਕਰੈ। ਇਸ ਤਰ੍ਹਾਂ ਸਤਿਗੁਰੂ ਜੀ ਨਿਤਾ ਪ੍ਰਤੀ ਜਿਹੜਾ ਦਿਨ ਸੀ ਉਹ ਬਤੀਤ ਕਰਦੇ ਹਨ। ਦਰਸੈ ਗਨ ਸੰਗਤ ਮੋਦ ਭਰੈ। ਸੰਗਤਾਂ ਬੜੇ ਉਤਸ਼ਾਹ ਦੇ ਨਾਲ ਆਪਣੇ ਚਿੱਤ ਦੇ ਵਿੱਚ ਆਨੰਦ ਲੈ ਕੇ ਖੁਸ਼ੀ ਲੈ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ। ਬਹੁ ਦੇਸ਼ ਵਿਦੇਸ਼ਨ ਤੇ ਚੱਲ ਫਿਰ ਕੈ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਚੱਲ ਕੇ ਅੰਮ੍ਰਿਤਸਰ ਆ ਰਹੀਆਂ ਨੇ। ਜਿਸ ਤਰ੍ਹਾਂ ਮਾਝਾ ਮਾਲਵਾ ਦੁਆਬਾ ਇੱਥੋਂ ਦੀਆਂ ਸੰਗਤਾਂ, ਪੋਠੋਹਾਰ ਕਾਬਲ ਕੰਧਾਰ ਅਫਗਾਨਿਸਤਾਨ ਤੋਂ ਦੂਰੋਂ ਸੰਗਤਾਂ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮੁਬਾਰਕ ਚਰਨ ਪਏ। ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਬੀਜ ਬੀਜਿਆ, ਤਕਰੀਬਨ ਸਾਰੀ ਦੁਨੀਆ ਦੇ ਅੰਦਰ ਗੁਰੂ ਸਾਹਿਬ ਜੀ ਦੇ ਚਰਨ ਪਏ ਹਨ। ਕਿਉਂਕਿ ਭਾਈ ਗੁਰਦਾਸ ਜੀ ਨੇ ਇਸ ਗੱਲ ਦੀ ਗਵਾਹੀ ਭਰੀ ਹੈ। ਹੋ ਸਕਦਾ ਹੈ ਕਿ ਕੁਝ ਸਥਾਨ ਸਾਡੇ ਤੋਂ ਰਹਿ ਗਏ ਹੋਣ ਜਾਂ ਇਤਿਹਾਸ ਵਿੱਚ ਜਿਨ੍ਹਾਂ ਦਾ ਜ਼ਿਕਰ ਨਹੀਂ ਸਾਨੂੰ ਮਿਲਿਆ, ਪਰ ਕੋਈ ਐਸਾ ਇਲਾਕਾ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਨੁੱਖਤਾ ਦੇ ਉਧਾਰ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ
ਉਹਨਾਂ ਨੂੰ ਨਾਮ ਜਪਣ ਦਾ ਉਪਦੇਸ਼ ਦੇਣ ਵਾਸਤੇ ਨਾ ਗਏ ਹੋਣ। ਇਸ ਲਈ ਭਾਈ ਗੁਰਦਾਸ ਜੀ ਤਾਂ ਕਹਿ ਰਹੇ ਨੇ, 9 ਖੰਡ ਪ੍ਰਿਥਵੀ ਸੱਚਾ ਢੋਆ। ਇਹ 9 ਖੰਡਾਂ ਦੀ ਜਿਹੜੀ ਧਰਤੀ ਹੈ, ਸਾਰੀ ਧਰਤੀ ਉੱਤੇ ਗੁਰੂ ਨਾਨਕ ਸਾਹਿਬ ਜੀ ਨੇ ਸਤਿਨਾਮ ਦਾ ਬੀਜ ਬੀਜਿਆ ਹੈ। ਇਸ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ, ਅੱਜ ਵੀ ਇਸੇ ਤਰ੍ਹਾਂ ਆਪਾਂ ਦੇਖਦੇ ਹੀ ਹਾਂ, ਹਰ ਰੋਜ਼ ਕਿਸ ਤਰ੍ਹਾਂ ਸੰਗਤਾਂ ਕਤਾਰਾਂ ਬਣ ਕੇ ਖੜੀਆਂ ਹੁੰਦੀਆਂ। ਕੋਈ ਇਸ ਦੇਸ਼ ਤੋਂ ਆ ਰਿਹਾ, ਕੋਈ ਵਿਦੇਸ਼ਾਂ ਤੋਂ, ਦੂਰੋਂ ਦੂਰੋਂ ਸੰਗਤਾਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀਆਂ ਨੇ। ਅਰਪੈ ਧਨ ਆਨ ਗੁਰੂ ਮਿਲ ਕੈ, ਬਹੁਤਾ ਧਨ ਦਸਵੰਧ ਦਾ ਧਨ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਪਣ ਕਰਦੀਆਂ ਨੇ। ਪਰਸੀ ਇਹੋ ਬਾਤ ਜਹਾਂ ਰੋ ਕਹਾਂ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ। ਇਹ ਗੱਲ ਸਾਰੀਆਂ ਥਾਵਾਂ ਤੇ, ਸਾਰੇ ਇਲਾਕਿਆਂ ਵਿੱਚ ਫੈਲ ਗਈ ਹੈ। ਗੁਰੂ ਗ੍ਰੰਥ ਰਚਿਓ ਫਲ ਜਾਹੇ ਮਹਾ, ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰ ਗ੍ਰੰਥ ਰਚਿਓ ਫਲ ਜਾਹੇ ਮਹਾ, ਉਹ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਹੈ, ਜਿਸ ਨੂੰ ਪੜ੍ਹਨ ਦੇ ਨਾਲ, ਸੁਣਨ ਦੇ ਨਾਲ ਬਹੁਤ ਵੱਡਾ ਮਹਾਤਮ ਮਿਲਦਾ ਹੈ, ਬਹੁਤ ਵੱਡਾ ਫਲ ਝੋਲੀ ਵਿੱਚ ਪੈਂਦਾ ਹੈ। ਕਿਉਂਕਿ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਤੇ ਫਿਰ ਦਰਸ਼ਨ ਕਰਕੇ ਸੰਗਤਾਂ ਜਦੋਂ ਆਪਣੇ ਇਲਾਕੇ ਵਿੱਚ ਜਾਂਦੀਆਂ ਨੇ ਤੇ ਉੱਥੇ ਜਾ ਕੇ ਵੀ ਪ੍ਰਚਾਰਦੀਆਂ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਅੰਮ੍ਰਿਤਸਰ ਦੀ ਧਰਤੀ ਤੇ 2 ਜਹਾਜ਼ ਤਿਆਰ ਕੀਤੇ ਨੇ, ਹਰਿਮੰਦਰ ਸਾਹਿਬ, ਇੱਕ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਹੈ। ਇਉਂ ਇਹ ਗੱਲ ਜਿਹੜੀ ਸੀ ਸਾਰੀ ਦੁਨੀਆ ਦੇ ਵਿੱਚ ਫੈਲ ਗਈ ਹੈ। ਕਰ ਚਾਓ ਧਰੈ ਔਰ ਭਾਉ ਨਰੰਗ, ਜਿਹੜੀਆਂ ਵੀ ਸੰਗਤਾਂ ਸੁਣਦੀਆਂ ਨੇ ਸਿੱਖਾਂ ਪਾਸੋਂ, ਸੁਣ ਕੇ ਮਨ ਜਿਹੜੇ ਨੇ ਉਹ ਚਾਉ ਨਾਲ ਭਰ ਜਾਂਦੇ। ਫਿਰ ਜਦੋਂ ਮਨ ਵਿੱਚ ਚਾਅ ਭਰਦਾ ਹੈ ਨਾ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਫਿਰ ਗੁਰੂ ਸਾਹਿਬ ਦੀਆਂ ਗੱਲਾਂ ਸੁਣ ਕੇ ਸਿੱਖਾਂ ਦੇ ਮਨ ਚਾਅ ਦੇ ਨਾਲ ਭਰ ਜਾਂਦੇ। ਫਿਰ ਚਾਅ ਹੁੰਦਾ ਸੀ ਸਿੱਖਾਂ ਨੂੰ ਕਿ ਜਿਹੜੀਆਂ ਸੰਗਤਾਂ ਦਰਸ਼ਨ ਕਰਕੇ ਆਈਆਂ ਉਹ ਗੁਰੂ ਸਾਹਿਬ ਜੀ ਬਾਰੇ ਦੱਸਦੀਆਂ ਨੇ, ਤੇ ਸੁਣ ਸੁਣ ਕੇ ਸਿੱਖ ਮਨ ਜਿਹੜੇ ਨੇ ਉਹਨਾਂ ਦੇ ਪ੍ਰਸੰਨ ਹੁੰਦੇ। ਫਿਰ ਮਨ ਚਾਅ ਦੇ ਨਾਲ ਭਰਦੇ ਕਿ ਅਸੀਂ ਕਦ ਜਾਵਾਂਗੇ ਦਰਸ਼ਨ ਕਰਨ ਵਾਸਤੇ, ਕਦੋਂ ਸਾਡੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਕਿ ਅਸੀਂ ਜਾਈਏ ਅੰਮ੍ਰਿਤਸਰ ਤੇ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰੀਏ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰੀਏ। ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੇ ਬੀੜ ਲਿਖਵਾਈ ਹੈ, ਉਹ ਬੀੜ ਦੇ ਜਾ ਕੇ ਸਾਨੂੰ ਕਦੋਂ ਦਰਸ਼ਨ ਹੋਣਗੇ। ਸਭ ਆਏ ਬਿਲੋਕਨ ਪਾਸ ਗੁਰੰ, ਤੇ ਗੁਰੂ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਦੋਂ ਸਿੱਖਾਂ ਪਾਸੋਂ ਇਹ ਗੱਲ ਸੁਣਦੇ ਨੇ ਤੇ ਸਿੱਖ ਦੂਰੋਂ ਦੂਰੋਂ ਚੱਲ ਕੇ ਆਉਂਦੇ ਹਨ। ਕਰ ਪ੍ਰੀਤ ਸੁਨੈ ਸਤਨਾਮ ਜਪੈ, ਬਹੁਤ ਪ੍ਰੀਤੀ ਦੇ ਨਾਲ, ਪ੍ਰੇਮ ਦੇ ਨਾਲ ਗੁਰੂ ਸਾਹਿਬ ਦਾ ਉਪਦੇਸ਼ ਸੁਣਦੇ ਨੇ। ਤੇ ਗੁਰੂ ਸਾਹਿਬ ਸਾਰਿਆਂ ਨੂੰ ਇਹ ਉਪਦੇਸ਼ ਦਿੰਦੇ ਨੇ ਕਿ ਮਨੁੱਖਾ ਜਨਮ ਸਫਲਾ ਕਰਨ ਵਾਸਤੇ ਤੁਸੀਂ ਸਤਨਾਮ ਦਾ ਜਾਪ ਜਪੋ, ਤਾਂ ਹੀ ਇਹ ਜੀਵਨ ਸਫਲਾ ਹੋ ਸਕਦਾ ਹੈ। ਤੇ ਸਤਨਾਮ ਦਾ ਜਾਪ ਜਪਣ ਵਾਸਤੇ ਤੁਸੀਂ ਭਾਵੇਂ ਕਿਤੇ ਵੀ ਹੋ, ਆਉਂਦਿਆਂ ਜਾਂਦਿਆਂ, ਰਸਤੇ ਵਿੱਚ ਤੁਰੇ ਜਾਂਦਿਆਂ, ਮਾਰਗ ਚਲਤ ਹਰੇ ਹਰ ਗਾਈਐ, ਇਉਂ ਗੁਰੂ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ। ਤਿਨ ਪਾਪ ਕਲਾਪਨ ਤਾਪ ਖਪੈ, ਮਹਾਰਾਜ ਕਿਰਪਾ ਕਰਦੇ ਹਨ ਪਾਪਾਂ ਨੂੰ ਨਾਸ ਕਰਨ ਵਾਸਤੇ। ਤਿਨ ਪਾਪ ਕਲਾਪਨ ਤਾਪ ਖਪੈ, ਜਿਹੜਾ ਵੀ ਸਤਨਾਮ ਦਾ ਜਾਪ ਜਪਦਾ ਹੈ ਉਹਦੇ ਪਾਪ ਸਾਰੇ ਨਾਸ਼ ਹੁੰਦੇ ਹਨ। ਨਿਜ ਧਾਮਨ ਜਾਏ ਸੁਨਾਏ ਤਬੈ, ਤੇ ਉਦੋਂ ਜਾ ਕੇ ਜਿਹੜੇ ਸਿੱਖ ਨੇ ਆਪਣੇ ਘਰਾਂ ਵਿੱਚ ਸੁਣਾਉਂਦੇ ਹਨ। ਦਰਸੈ ਹਮ ਪੀ ਉਮਗੰਤ ਸਬੈ, ਕੀ ਸੁਣਾਉਂਦੇ ਨੇ ਸਿੱਖਾਂ ਨੂੰ ਕਿ ਅਸੀਂ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਕੇ ਆਏ ਹਾਂ। ਸੁਣਨ ਵਾਲੇ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਅਸੀਂ ਦਰਸ਼ਨ ਕਰੀਏ, ਅਸੀਂ ਵੀ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਲਾਹਾ ਲਈਏ। ਦੋਹਰਾ ਮੰਗਟ ਵਾਸੀ ਸਿੱਖ ਜੋ ਬੰਨੋ ਜਿਸ ਕੋ ਨਾਮ, ਮੰਗਟ ਵਾਸੀ ਸਿੱਖ ਜੋ ਬੰਨੋ ਜਿਸ ਕੋ ਨਾਮ। ਇੱਕ ਭਾਈ ਬੰਨੋ ਜੀ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ, ਇਤਿਹਾਸ ਵਿੱਚ ਆ ਰਿਹਾ ਹੈ ਕਿ ਇਹਨਾਂ ਨੇ ਬੀੜ ਦੀ ਮੰਗ ਕੀਤੀ ਸੀ ਕਿ ਆਪਾਂ ਸੰਗਤਾਂ ਨੂੰ ਦਰਸ਼ਨ ਕਰਵਾ ਸਕੀਏ। ਤੇ ਇਹ ਵੀ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਬੰਨੋ ਜੀ ਨੇ ਇਹਨਾਂ ਨੂੰ ਗੁਰੂ ਸਾਹਿਬ ਜੀ ਨੇ ਬੀੜ ਦੀ ਜਿਲਤ ਬਣਾਉਣ ਵਾਸਤੇ ਦਿੱਤੀ ਸੀ, ਤੇ ਫਿਰ ਇਹਨਾਂ ਨੇ ਉਤਾਰਾ ਕਰਵਾਇਆ। ਮੰਗਟ ਵਾਸੀ ਇਹ ਜਾਤੀ ਦਾ ਨਾਮ ਵੀ ਹੈ। ਕੁਝ ਜ਼ਿਮੀਂਦਾਰ ਘਰਾਣੇ ਜਿਹੜੇ ਨੇ ਉਹਨਾਂ ਦੀ ਇਹ ਗੋਤ ਵੀ ਹੈ ਮੰਗਟ, ਪਰ ਮੰਗਟ ਕੁਝ ਨਗਰ ਵੀ ਹਨ। ਜਿਸ ਤਰ੍ਹਾਂ ਦੁਰਾਹੇ ਨੇੜੇ ਵੀ ਇੱਕ ਨਗਰ ਹੈ ਮੰਗਟ ਪਿੰਡ। ਤੇ ਕੁਝ ਵਿਦਵਾਨ ਲਿਖਦੇ ਨੇ ਕਿ ਭਾਈ ਬੰਨੋ ਜੀ ਲਾਹੌਰ ਵੱਲ ਇਹ ਬੀੜ ਲੈ ਕੇ ਗਏ ਸੀ ਦਰਸ਼ਨ ਕਰਾਉਣ ਜਾਂ ਜਿਲਤ ਬਣਾਉਣ। ਆਉਂਦਿਆਂ ਜਾਂਦਿਆਂ ਉਹਨਾਂ ਨੇ ਉਤਾਰਾ ਕਰਵਾਇਆ ਸੀ ਦੂਜੀ ਬੀੜ ਦਾ। ਸੋ ਰਹੋ ਵਿਚਾਰ ਮੰਗਟ ਵਾਸੀ ਭਾਈ ਬੰਨੋ ਜੀ
ਇਹ ਵੀ ਚੱਲ ਕੇ ਆਏ ਹਨ। ਬਹੁ ਸੰਗਤ ਲੈ ਸੰਗ ਨਿਜ ਦਰਸੈ ਗੁਰ ਅਬਰਾਮ। ਭਾਈ ਬੰਨੋ ਜੀ ਗੁਰੂ ਸਾਹਿਬ ਜੀ ਦੇ ਸੁੰਦਰ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ ਹਨ। ਚਾਉ ਪਈ ਸੁਨ ਬੰਨੋ ਸਗਰੀ ਗੁਰ ਕਥਾ। ਭਾਈ ਬੰਨੋ ਜੀ ਪਾਸੋਂ ਗੁਰੂ ਸਾਹਿਬ ਜੀ ਦੀ ਸਾਰੀ ਕਥਾ ਜਿਹੜੀ ਸੀ ਭਾਈ ਬੰਨੋ ਨੇ ਸੁਣੀ ਹੈ। ਕਰਿਓ ਗ੍ਰੰਥ ਸਭ ਵੇਦਨ ਬਥਾ। ਹਾਂ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਰੇ ਗਿਆਨ ਨੂੰ ਇਕੱਠਾ ਕਰਕੇ ਬੀੜ ਤਿਆਰ ਕੀਤੀ ਹੈ। ਗਨ ਸੰਗਤ ਲੈ ਕਰ ਤਬ ਆਇਓ। ਬਹੁਤੀਆਂ ਸੰਗਤਾਂ ਲੈ ਕੇ ਭਾਈ ਬੰਨੋ ਜੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਹਨ। ਧਰੀ ਉਪਾਇਨ ਪਗ ਲਪਟਾਇਓ। ਬੜੀ ਕੀਮਤੀ ਭੇਟਾਵਾਂ ਭਾਈ ਬੰਨੋ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਲਿਆ ਕੇ ਅਰਪਣ ਕੀਤੀਆਂ ਨੇ। ਮਹਾਰਾਜ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਹੈ। ਸਭ ਸੰਗਤ ਨੇ ਦਰਸ਼ਨ ਕੀਨਸ। ਸਾਰੀਆਂ ਸੰਗਤਾਂ ਜਿਹੜੀਆਂ ਭਾਈ ਬੰਨੋ ਜੀ ਦੇ ਨਾਲ ਚੱਲ ਕੇ ਆਈਆਂ ਨੇ, ਉਹਨਾਂ ਨੇ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਸੁਨਹਿ ਗ੍ਰੰਥ ਸਾਹਿਬ ਹਿਤ ਦੀਨਸ। ਬਹੁਤ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਨੇ ਜਿਹੜੀ ਸ੍ਰੀ ਗ੍ਰੰਥ ਸਾਹਿਬ ਦੀ ਬੀੜ ਸਤਿਗੁਰਾਂ ਨੇ ਲਿਖਵਾਈ ਹੈ, ਇਸ ਬੀੜ ਦੀ ਬਾਣੀ ਬੈਠ ਕੇ ਸਰਵਣ ਕੀਤੀ ਹੈ। ਕੀਤਕ ਦਿਨ ਬਾਸੇ ਗੁਰ ਤੀਰ। ਕੁਝ ਕੁ ਦਿਨ ਜਿਹੜੀਆਂ ਸੰਗਤਾਂ ਭਾਈ ਬੰਨੋ ਜੀ ਦੇ ਨਾਲ ਆਈਆਂ ਸੀ, ਉਹ ਅੰਮ੍ਰਿਤਸਰ ਦੇ ਵਿੱਚ ਰੁਕੀਆਂ ਹਨ। ਲਿਏ ਸੰਗ ਸੰਗਤ ਕੀ ਭੀਰ। ਫਿਰ ਭਾਈ ਬੰਨੋ ਜੀ ਨੇ ਸਾਰੀ ਸੰਗਤ ਨੂੰ ਨਾਲ ਲੈ ਕੇ ਭਇਓ ਤਿਆਰ ਕਰ ਅੰਚਰ ਡਾਰੀ। ਤੇ ਆਪਣੇ ਗਲ ਦੇ ਵਿੱਚ ਪੱਲਾ ਪਾ ਕੇ ਤੇ ਇੱਥੋਂ ਚੱਲਣ ਦੀ ਤਿਆਰੀ ਕਰ ਲਈ। ਬਿਨਤੀ ਸ੍ਰੀ ਗੁਰ ਅਗਰ ਉਚਾਰੀ। ਚੱਲਣ ਲੱਗਿਆਂ ਭਾਈ ਬੰਨੋ ਜੀ ਨੇ ਗਲ ਦੇ ਵਿੱਚ ਪੱਲਾ ਪਾਇਆ, ਕਿਉਂਕਿ ਇਹ ਗਲ ਵਿੱਚ ਪਾਇਆ ਹੋਇਆ ਪੱਲਾ ਇੱਕ ਨਿਮਰਤਾ ਦਾ ਸੂਚਕ ਹੈ ਕਿ ਕੋਈ ਦਾਸ ਆਪਣੇ ਮਾਲਕ ਦੇ ਅੱਗੇ ਜਾ ਕੇ ਖਲੋਂਦਾ ਹੈ, ਨੌਕਰ ਆਪਣੇ ਮਾਲਕ ਦੇ ਅੱਗੇ ਖਲੋ ਕੇ ਬੇਨਤੀ ਕਰਦਾ ਹੈ, ਤੇ ਉਹ ਗਲ ਦੇ ਵਿੱਚ ਪੱਲਾ ਪਾ ਕੇ ਨਿਮਰਤਾ ਦੇ ਨਾਲ ਤਰਲਾ ਲੈ ਕੇ ਉਹਦੇ ਅੱਗੇ ਹੱਥ ਜੋੜ ਕੇ ਨਿਮਰਤਾ ਦੇ ਸਹਿਤ ਕੋਈ ਆਪਣੇ ਬਚਨ ਰੱਖਦਾ ਹੈ, ਬੇਨਤੀ ਰੱਖਦਾ ਹੈ। ਇਸ ਤਰ੍ਹਾਂ ਭਾਈ ਬੰਨੋ ਜੀ ਨੇ ਆਪਣੇ ਗਲ ਵਿੱਚ ਪੱਲਾ ਪਾਇਆ ਤੇ ਸਾਰੀ ਸੰਗਤ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਨਾਮ ਗਰੀਬ ਨਿਵਾਜ ਤੁਮਾਰਾ। ਭਾਈ ਬੰਨੋ ਜੀ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਤੁਹਾਡਾ ਨਾਮ ਗਰੀਬ ਨਿਵਾਜ ਹੈ, ਤੁਸੀਂ ਗਰੀਬਾਂ ਨੂੰ ਨਿਵਾਜਦੇ ਹੋ। ਭਾਵੇਂ ਕੋਈ ਕੰਗਾਲ ਵੀ ਚੱਲ ਕੇ ਤੁਹਾਡੀ ਸ਼ਰਨ ਵਿੱਚ ਆਇਆ ਤੇ ਤੁਸੀਂ ਉਹਨੂੰ ਵੀ ਨਿਵਾਜਿਆ, ਤੇ ਜਿਹੜਾ ਮਨ ਕਰਕੇ ਗਰੀਬ ਬਣ ਕੇ ਤੁਹਾਡੇ ਚਰਨਾਂ 'ਚ ਆਉਂਦਾ ਹੈ ਉਹੀ ਨਿਵਾਜਿਆ ਜਾਂਦਾ ਹੈ। ਇਸ ਲਈ ਤੁਹਾਡਾ ਨਾਮ ਗੁਰੂ ਗਰੀਬ ਨਿਵਾਜ ਹੈ। ਨਿਸਬਾ ਸੁਰ ਠਾਨਤ ਉਪਕਾਰਾ। ਆਪ ਜੀ ਦਿਨ ਰਾਤ ਵੱਡੇ ਉਪਕਾਰ ਕਰ ਰਹੇ ਹੋ ਸਾਡੇ ਤੇ, ਕਿਉਂਕਿ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਹੀ ਪਰਉਪਕਾਰ ਦੇ ਵਿੱਚ ਬਤੀਤ ਕੀਤਾ ਹੈ। ਸਾਡੇ ਭਲੇ ਵਾਸਤੇ, ਸਾਡੇ ਉਦਾਰ ਵਾਸਤੇ, ਸਾਡੀ ਕਲਿਆਣ ਵਾਸਤੇ ਸਤਿਗੁਰੂ ਜੀ ਨੇ ਸਾਰੀ ਬਾਣੀ ਇਕੱਤਰ ਕਰਵਾਈ, ਇਹ ਬੀੜ ਤਿਆਰ ਕੀਤੀ ਹੈ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ, ਫਿਰ ਉੱਥੋਂ ਦੇ ਮਨੁੱਖਾਂ ਦੇ ਭਲੇ ਵਾਸਤੇ ਸਤਿਗੁਰਾਂ ਨੇ 6 ਹਲਟਾਂ ਵਾਲਾ ਖੂਹ ਲਵਾਇਆ। ਅੱਜ ਆਪਾਂ ਉਹ ਖੂਹ ਦੇ ਦਰਸ਼ਨ ਵੀ ਕਰਦੇ ਹਾਂ। ਛਾਟਾ ਸਾਹਿਬ ਕਰਤਾਰਪੁਰ ਜਿਹੜਾ ਨਗਰ ਹੈ ਉਹ ਗੁਰੂ ਸਾਹਿਬ ਜੀ ਨੇ ਵਸਾਇਆ, ਉੱਥੇ ਵੀ ਮਹਾਰਾਜ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ। ਇਉਂ ਸਾਰਾ ਜੀਵਨ ਜਿਹੜਾ ਸੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਰਉਪਕਾਰ ਵਿੱਚ ਬਤੀਤ ਕੀਤਾ ਹੈ। ਕਲ ਕੇ ਨਰਨ ਉਦਾਹਰਨ ਕਾਰਨ। ਮਹਾਰਾਜ ਜੀ ਆਪ ਜੀ ਨੇ ਇਹ ਕਲਯੁਗ ਦੇ ਸਮੇਂ ਦੇ ਅੰਦਰ ਮਨੁੱਖਾਂ ਦੇ ਉਦਾਰ ਵਾਸਤੇ, ਜੀਵਾਂ ਦੇ ਭਲੇ ਵਾਸਤੇ ਸਮ ਜਹਾਜ ਕੇ ਗ੍ਰੰਥ ਸੁਧਾਰਨ। ਜਹਾਜ਼ ਦੇ ਸਮਾਨ ਆਪ ਜੀ ਨੇ ਇਹ ਜਿਹੜਾ ਗ੍ਰੰਥ ਹੈ ਤਿਆਰ ਕੀਤਾ ਹੈ। ਸੰਗਤ ਜੀ, ਜਿਸ ਤਰ੍ਹਾਂ ਜਹਾਜ਼ ਵਿੱਚ ਅਨੇਕਾਂ ਸਵਾਰੀਆਂ ਬੈਠ ਕੇ ਸਮੁੰਦਰ ਨੂੰ ਪਾਰ ਕਰਦੀਆਂ ਨੇ, ਪਰ ਇਹ ਗੁਰੂ ਸਾਹਿਬ ਜੀ ਨੇ ਐਸਾ ਜਹਾਜ਼ ਤਿਆਰ ਕੀਤਾ ਹੈ ਕਿ ਇਸ ਜਹਾਜ਼ ਦੇ ਨੂੰ ਬਾਣੀ ਨੂੰ ਸਰਵਣ ਕਰਨ ਵਾਲੇ, ਪੜ੍ਹਨ ਵਾਲੇ ਪੂਰਾਂ ਦੇ ਪੂਰ ਹੀ ਭਵਜਲ ਸੰਸਾਰ ਤੋਂ ਪਾਰ ਹੁੰਦੇ ਜਾ ਰਹੇ ਨੇ। ਉਦੋਂ ਵੀ ਹੁੰਦੇ ਸਨ, ਅੱਜ ਵੀ ਹੋ ਰਹੇ ਨੇ, ਤੇ ਰਹਿੰਦੀ ਦੁਨੀਆ ਤੱਕ ਇਹ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਇਹ ਜਹਾਜ਼ ਤਿਆਰ ਕੀਤਾ ਹੈ। ਭਾਈ ਬੰਨੋ ਜੀ ਕਹਿਣ ਲੱਗੇ, ਸਤਿਗੁਰੂ ਤੁਸੀਂ ਬਹੁਤ ਪਰਉਪਕਾਰੀ ਹੋ। ਸਾਡੇ ਜੀਵਾਂ ਦੇ ਉਧਾਰ ਵਾਸਤੇ, ਭਲੇ ਵਾਸਤੇ, ਇਹ ਸੰਸਾਰ ਸਮੁੰਦਰ ਤੋਂ ਪਾਰ ਲਾਉਣ ਵਾਸਤੇ ਤੁਸੀਂ ਇਹ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਹੈ ਜਹਾਜ਼ ਦੇ ਸਮਾਨ। ਸਭ ਦਾਸਨ ਕਹੋ ਰਾਖਤ ਮਾਨੋ। ਆਪ ਜੀ ਆਪਣੇ ਦਾਸਾਂ ਦਾ, ਸੇਵਕਾਂ ਦਾ ਮਾਨ ਰੱਖਦੇ ਹੋ। ਮਨ ਬਾਂਚਤ ਦੇਹੋ ਕਿਰਪਾ ਨਿਧਾਨੋ। ਕਿਰਪਾ ਦੇ ਖਜ਼ਾਨੇ ਸਤਿਗੁਰੂ ਆਪ ਜੀ ਆਪਣੇ ਸੇਵਕਾਂ ਦੀ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋ। ਦੀਜੈ ਗ੍ਰੰਥ ਸਾਹਿਬ ਹਮ ਮੰਗਾ। ਮੇਰੀ ਮਹਾਰਾਜ ਤੁਹਾਡੇ ਚਰਨਾਂ 'ਚ ਬੇਨਤੀ ਹੈ
ਕਿ ਸਾਨੂੰ ਕੁਝ ਸਮੇਂ ਵਾਸਤੇ ਇਹ ਜਿਹੜਾ ਗ੍ਰੰਥ ਸਾਹਿਬ ਆਪ ਜੀ ਨੇ ਬੀੜ ਤਿਆਰ ਕਰਵਾਈ ਹੈ, ਇਹ ਕੁਝ ਸਮੇਂ ਵਾਸਤੇ ਸਾਨੂੰ ਬਖਸ਼ਿਸ਼ ਕਰੋ। ਇਹ ਵੀ ਜ਼ਿਕਰ ਆਉਂਦਾ ਹੈ ਸੰਗਤ ਜੀ, ਜਿਸ ਤਰ੍ਹਾਂ ਪਿੱਛੇ ਬੇਨਤੀ ਕੀਤੀ ਹੈ ਕਿ ਗੁਰੂ ਸਾਹਿਬ ਜੀ ਨੇ ਬੀੜ ਤਿਆਰ ਕਰਵਾ ਕੇ ਭਾਈ ਬੰਨੋ ਜੀ ਪਾਸੋਂ ਇਹਦੀ ਜਿਲਤ ਬਣਾਉਣ ਵਾਸਤੇ ਸਰੂਪ ਦਿੱਤਾ ਸੀ। ਪਰ ਇੱਥੇ ਜ਼ਿਕਰ ਆ ਰਿਹਾ ਕਿ ਭਾਈ ਬੰਨੋ ਜੀ ਨੇ ਇਹ ਬੇਨਤੀ ਕੀਤੀ ਹੈ ਕਿ ਸਾਨੂੰ ਕੁਝ ਸਮੇਂ ਵਾਸਤੇ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਜਿਹੜੀ ਬੀੜ ਤੁਸੀਂ ਲਿਖਵਾਈ ਹੈ, ਇਹ ਬੀੜ ਬਖਸ਼ਿਸ਼ ਕਰੋ। ਸਭ ਸਿੱਖਨ ਕੋ ਮਨ ਅਨੁਰਾਗਾ, ਸਾਰੀਆਂ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਬਹੁਤਾ ਪ੍ਰੇਮ ਹੈ। ਦੇਸ਼ ਵਿਖੇ ਸੰਗਤ ਸਮੁਦਾਈ, ਜਿਹੜੀਆਂ ਦੇਸ਼ ਦੇ ਵਿੱਚ ਬਹੁਤੀਆਂ ਸੰਗਤਾਂ ਵਸਦੀਆਂ ਹਨ, ਦਰਸ਼ਨ ਕਰਿਓ ਚਹਿਤ ਹਿਤ ਲਾਈ। ਉਹ ਵੀ ਚਾਹੁੰਦੀਆਂ ਹਨ ਕਿ ਜਿਹੜਾ ਤੁਸੀਂ ਇਹ ਗ੍ਰੰਥ ਤਿਆਰ ਕੀਤਾ ਹੈ, ਉਹ ਗ੍ਰੰਥ ਦੇ ਅਸੀਂ ਦਰਸ਼ਨ ਕਰ ਸਕੀਏ। ਪਰ ਕੁਝ ਗ੍ਰਸਤੀ ਲੋਕ ਨਹੀਂ ਸੀ ਇੱਥੇ ਆ ਸਕੇ, ਤੇ ਮਹਾਰਾਜ ਆਪ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ। ਕੁਝ ਸਮੇਂ ਵਾਸਤੇ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਉਣ ਲਈ ਸੰਗਤਾਂ ਨੂੰ ਸਾਨੂੰ ਬਖਸ਼ੋ। ਅਬ ਲਓ ਲਿਖਿਓ ਗਇਓ ਨਹੀਂ ਦੂਜਾ, ਹਾਲੇ ਤੱਕ ਦੂਸਰਾ ਗ੍ਰੰਥ ਜਿਹੜਾ ਹੈ ਇਸ ਤਰ੍ਹਾਂ ਇਹਦਾ ਉਤਾਰਾ ਜਿਹੜਾ ਹੈ ਉਹ ਨਹੀਂ ਕੀਤਾ ਗਿਆ। ਦੂਸਰੀ ਬੀੜ ਤਿਆਰ ਹਲੇ ਨਹੀਂ ਹੋਈ ਹੈ। ਜਿਸ ਲੈ ਜਾਹੇ ਕਰਹਿ ਤੇ ਪੂਜਾ, ਜਿਹੜੀ ਬੀੜ ਅਸੀਂ ਲੈ ਜਾਈਏ ਤੇ ਉਸ ਬਾਣੀ ਦੀ ਜਾ ਕੇ ਅਸੀਂ ਪੂਜਾ ਕਰ ਸਕੀਏ। ਸਭ ਸੰਗਤ ਕੀ ਹੈ ਇਹ ਬਿਨਤੀ, ਇਹ ਮਹਾਰਾਜ ਤੁਹਾਡੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਦੀ ਬੇਨਤੀ ਹੈ। ਆਪ ਜੀ ਇਸ ਬੇਨਤੀ ਨੂੰ ਪ੍ਰਵਾਨ ਕਰੋ ਕਿ ਸਾਨੂੰ ਕੁਝ ਸਮੇਂ ਵਾਸਤੇ ਜਿਹੜੀ ਬੀੜ ਹੈ ਗ੍ਰੰਥ ਸਾਹਿਬ ਦੀ, ਇਹ ਕੁਝ ਸਮੇਂ ਵਾਸਤੇ ਦਿਓ ਤੇ ਸਾਰੀਆਂ ਸੰਗਤਾਂ ਦਰਸ਼ਨ ਕਰ ਲੈਣ। ਘਰ ਤੇ ਚਲਤ ਕੀਨ ਇਮ ਗਿਣਤੀ, ਜਦੋਂ ਅਸੀਂ ਆਪਣੇ ਨਗਰ ਤੋਂ ਤੁਰਨ ਲੱਗੇ ਸੀ ਤੇ ਉੱਥੋਂ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਨੂੰ ਬੇਨਤੀ ਕਰਿਓ ਸਾਡੇ ਵੱਲੋਂ। ਮਹਾਰਾਜ ਇਹ ਸੰਗਤ ਦੀ ਬੇਨਤੀ ਹੈ, ਆਪ ਜੀ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰੋ। ਸੁਨ ਸ਼੍ਰੀ ਅਰਜਨ ਹਿਰਦੇ ਵਿਚਾਰੀ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਬੰਨੋ ਦੀ ਬੇਨਤੀ ਨੂੰ ਸੁਣਿਆ ਤੇ ਸਤਿਗੁਰੂ ਜੀ ਆਪਣੇ ਹਿਰਦੇ ਵਿੱਚ ਵਿਚਾਰਦੇ ਹਨ। ਇਹ ਜਾਚਨ ਇਨ ਕੀ ਨਸ ਭਾਰੀ, ਕਿ ਭਾਈ ਬੰਨੋ ਨੇ ਇਹ ਬਹੁਤ ਵੱਡੀ ਮੰਗ ਮੰਗੀ ਹੈ ਸਾਡੇ ਪਾਸੋਂ, ਕਿਉਂਕਿ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ ਹੈ ਪਰ ਹਲੇ ਬੀੜ ਦੇ ਉਤਾਰੇ ਨਹੀਂ ਸੀ ਹੋਏ। ਉਤਾਰੇ ਬਾਅਦ ਵਿੱਚ ਕੀਤੇ ਗਏ ਤੇ ਅੱਜ ਤਾਂ ਪ੍ਰਿੰਟਿੰਗ ਪ੍ਰੈਸ ਰਾਹੀਂ ਬੀੜ ਦੀ ਛਪਾਈ ਹੁੰਦੀ ਹੈ। ਪਰ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਕਮਾਉਂਦਿਆਂ ਹੋਏ ਅੱਜ ਵੀ ਐਸੇ ਗੁਰਸਿੱਖ ਨੇ ਜਿਹੜੇ ਆਪਣੇ ਹਸਤ ਕਮਲਾਂ ਨੂੰ ਸਫਲ ਕਰਨ ਵਾਸਤੇ ਇਹ ਬੀੜ ਨੂੰ ਆਪਣੇ ਹੱਥੀਂ ਲਿਖਦੇ ਹਨ। ਸਾਰੀ ਬਾਣੀ ਹੱਥੀਂ ਲਿਖ ਕੇ ਤੇ ਫਿਰ ਉਹ ਸਰੂਪ ਜਿਹੜੇ ਨੇ ਤਖਤਾਂ ਦੇ ਉੱਤੇ ਬਿਰਾਜਮਾਨ ਕਰਨੇ। ਜਿਸ ਤਰ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੀ ਇਹ ਜਿਹੜੇ ਸਰੂਪ ਨੇ ਪ੍ਰਕਾਸ਼ ਹੁੰਦੇ ਨੇ ਗੁਰਸਿੱਖਾਂ ਵੱਲੋਂ ਹੱਥ ਲਿਖਤ ਲਿਖੇ ਹੋਏ। ਸੋ ਇਸ ਤਰ੍ਹਾਂ ਭਾਈ ਬੰਨੋ ਨੇ ਬੇਨਤੀ ਕੀਤੀ ਤੇ ਗੁਰੂ ਸਾਹਿਬ ਜੀ ਨੇ ਵਿਚਾਰਿਆ ਕਿ ਭਾਈ ਬੰਨੋ ਨੇ ਬਹੁਤ ਵੱਡੀ ਮੰਗ ਇਹ ਮੰਗੀ ਹੈ ਕਿ ਹਮ ਦੇ ਸਕਹਿ ਇਕ ਹੋਵਾ, ਇੱਕੋ ਸਰੂਪ ਹੈ, ਇੱਕੋ ਬੀੜ ਹੈ, ਹਲੇ ਤੱਕ ਇਹਦੇ ਨਾਲ ਦੀ ਦੂਸਰੀ ਬੀੜ ਉਤਾਰਾ ਨਹੀਂ ਕਰਵਾਇਆ ਤੇ ਇਹ ਸਰੂਪ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਦੇ ਸਕਦੇ ਹਾਂ। ਨਹਿ ਦੇ ਸਿੱਖ ਮਾਨ ਕੋ ਖੋਵਾ, ਪਰ ਜੇ ਅਸੀਂ ਨਾ ਦਈਏ ਤੇ ਸਿੱਖ ਦਾ ਮਾਨ ਜਿਹੜਾ ਹੈ ਉਹ ਟੁੱਟਦਾ ਹੈ, ਮਾਨ ਨਾ ਖਤਮ ਹੁੰਦਾ ਹੈ, ਕਿਉਂਕਿ ਬੜੀ ਭਾਵਨਾ ਵਾਲਾ ਪ੍ਰੇਮ ਵਾਲਾ ਸਿੱਖ ਹੈ ਭਾਈ ਬੰਨੋ। ਇਸ ਲਈ ਜੇ ਸਿੱਖ ਦਾ ਮਾਣ ਖੋਇਆ ਜਾਂਦਾ ਹੈ ਤੇ ਇਹ ਵੀ ਮਾੜੀ ਗੱਲ ਹੈ। ਦੂਜੋ ਲਿਖਿਓ ਜਾਏ ਇਸ ਜੈਸੇ, ਜੇ ਦੂਸਰੀ ਬੀੜ ਇਸੇ ਤਰ੍ਹਾਂ ਲਿਖੀ ਜਾਵੇ ਇਸ ਗ੍ਰੰਥ ਦਾ ਉਤਾਰਾ ਹੋ ਸਕੇ ਤਉ ਸੁਖੈਨ ਦੇਬੋ ਇਹ ਲੈਸੇ, ਫਿਰ ਇਹ ਗ੍ਰੰਥ ਜਿਹੜਾ ਸੁਖੈਨ ਸੁਖਾਲਾ ਹੀ ਅਸੀਂ ਇਹਨਾਂ ਨੂੰ ਦੇ ਸਕਦੇ ਹਾਂ, ਇਹ ਲੈ ਜਾਣਗੇ। ਅਬ ਤੋ ਤਿਆਰ ਏਕ ਹੀ ਆਹ, ਹਾਲੇ ਤੱਕ ਦੂਜੀ ਬੀੜ ਤਿਆਰ ਨਹੀਂ ਹੋਈ, ਇੱਕੋ ਗ੍ਰੰਥ ਹੈ ਸਾਡੇ ਕੋਲ। ਕਿਸ ਪ੍ਰਕਾਰ ਇਹ ਸਿੱਖ ਸੋ ਕਹੈ, ਪਰ ਭਾਈ ਬੰਨੋ ਬੇਨਤੀ ਕਰ ਰਿਹਾ ਹੈ ਕਿਸ ਤਰ੍ਹਾਂ ਇਸ ਨੂੰ ਅਸੀਂ ਕਹੀਏ। ਇਕ ਤੋ ਸੰਗਤ ਕੋ ਮੋਹਰੇਲੀ, ਇੱਕ ਤਾਂ ਭਾਈ ਬੰਨੋ ਸੰਗਤ ਦਾ ਮੋਢੀ ਹੈ, ਕਿਉਂਕਿ ਸਾਰੀਆਂ ਸੰਗਤਾਂ ਜਿਹੜੀਆਂ ਨੇ ਭਾਈ ਬੰਨੋ ਦੇ ਕਹਿਣੇ ਵਿੱਚ ਨੇ, ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਆਏ ਨੇ। ਇਸ ਲਈ ਭਾਈ ਬੰਨੋ ਦਾ ਜਿਹੜਾ ਮਾਣ ਉਹ ਬਣਦਾ ਵੀ ਹੈ। ਆਏ ਸੰਗ ਬਹੁ ਹੋਏ ਸਕੇਲੀ, ਵੱਡੀ ਗਿਣਤੀ ਵਿੱਚ ਸੰਗਤ ਭਾਈ ਬੰਨੋ ਲੈ ਕੇ ਆਉਂਦਾ ਹੈ ਤੇ ਜੇ ਗੁਰੂ ਨਾਲ ਪਿਆਰ ਹੈ ਤੇ ਤਾਂ ਹੀ ਉਹ ਸੰਗਤਾਂ ਨੂੰ ਇਕੱਠਾ ਕਰਦਾ ਹੈ ਤੇ ਫਿਰ ਸਾਰੀਆਂ ਸੰਗਤਾਂ ਨੂੰ ਲੈ ਕੇ ਇੱਥੇ ਆਉਣਾ। ਚਲੋ ਹੁਣ ਤਾਂ ਆਪੋ ਆਪਣੇ ਸਾਧਨ ਜਿਹੜੇ ਨੇ ਉਹ ਸਾਰਿਆਂ ਕੋਲ ਹਨ, ਪਰ ਜੇ ਥੋੜਾ ਪਿਛਲਾ ਸਮਾਂ ਆਪਾਂ ਦੇਖੀਏ ਤੇ ਸੰਗਤਾਂ ਨੇ ਆਪੋ ਆਪਣੇ ਇਲਾਕਿਆਂ 'ਚੋਂ ਇਕੱਠੇ ਹੋਣਾ
ਪਰ ਉਹਨਾਂ ਸੰਗਤਾਂ ਨੂੰ ਲਿਆਉਣ ਵਾਸਤੇ ਕੁਝ ਮੋਢੀ ਅੱਗੇ ਲੱਗਦੇ ਸਨ, ਜਿਹੜੇ ਕੁਝ ਰਾਹ ਤੋਂ ਜਾਣੂ ਹੋਣੇ ਕਿ ਕਿੱਥੇ ਮੁਸ਼ਕਲ ਦਾ ਸਮਾਂ ਬਣ ਸਕਦਾ ਹੈ ਜਾਂ ਕਿੱਥੇ ਰਹਿਣ ਦਾ ਸਮਾਂ ਬਣਨਾ ਜਾਂ ਕਿੱਥੇ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਹੋਣਾ। ਤੇ ਉਹ ਜਿਹੜੇ ਆਗੂ ਹੁੰਦੇ ਸੀ ਉਹ ਇਸ ਗੱਲ ਤੋਂ ਭੇਤੀ ਹੁੰਦੇ ਸਨ, ਜਾਣੂ ਹੁੰਦੇ ਸੀ। ਇਸ ਲਈ ਸਾਰੀਆਂ ਸੰਗਤਾਂ ਉਹਨਾਂ ਨੂੰ ਆਗੂ ਬਣਾ ਕੇ ਉਹਨਾਂ ਦੇ ਪਿਛਾਂ ਤੁਰਦੀਆਂ। ਇਸ ਲਈ ਭਾਈ ਬੰਨੋ ਸਾਰੀ ਸੰਗਤ ਨੂੰ ਆਪਣੇ ਇਲਾਕੇ ਵਿੱਚੋਂ ਇਕੱਠੀ ਕਰਕੇ ਲਿਆਇਆ ਹੈ। ਤੇ ਜਿਹੜਾ ਸਿੱਖ ਦਾ ਇਹ ਮਨ ਵੀ ਬਣਦਾ ਹੈ। ਦੂਜੈ ਪ੍ਰੇਮੀ ਆਹ ਬਹਾਨਾ। ਇੱਕ ਤਾਂ ਇਹ ਸੰਗਤ ਦਾ ਮੋਢੀ ਹੈ ਭਾਈ ਬੰਨੋ, ਤੇ ਦੂਜਾ ਇਹ ਭਾਈ ਬੰਨੋ ਜਿਹੜਾ ਹੈ ਉਹ ਗੁਰੂ ਘਰ ਦਾ ਬਹੁਤ ਵੱਡਾ ਪ੍ਰੇਮੀ ਹੈ। ਨਹੀਂ ਦੇ ਤੋ ਹੱਥ ਹੋਏ ਮਾਨਾ। ਜੇ ਅਸੀਂ ਇਹਨੂੰ ਇਹ ਗ੍ਰੰਥ ਨਾ ਦਈਏ ਤੇ ਇਹਦਾ ਮਾਣ ਜਿਹੜਾ ਉਹ ਟੁੱਟਦਾ ਹੈ। ਕਿਤਕ ਕਾਲ ਤੂਸ਼ਨ ਭਗਵੰਤੇ। ਕੁਝ ਸਮਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸੁਣ ਕੇ ਚੁੱਪ ਰਹੇ ਹਨ। ਦੇਹ ਕੇ ਨਹੀਂ ਹਿਰਦੇ ਚਿਤਵੰਤੇ। ਆਪਣੇ ਹਿਰਦੇ ਵਿੱਚ ਵਿਚਾਰ ਕਰਦੇ ਨੇ ਕਿ ਬੀੜ ਇਹਨਾਂ ਨੂੰ ਦਈਏ ਕਿ ਨਾ। ਪੁਨ ਬੋਲੇ ਸ੍ਰੀ ਗੁਰੂ ਗੋਸਾਈ। ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ, ਬਿਖਮ ਬਾਤ ਇਹ ਬੰਨੋ ਭਾਈ। ਗੁਰਦੇਵ ਕਹਿੰਦੇ ਭਾਈ ਬੰਨੋ ਆ ਜਿਹੜੀ ਤੂੰ ਮੰਗ ਮੰਗੀ ਹੈ ਬਹੁਤ ਵੱਡੀ ਹੈ, ਤੇ ਜਿਹੜਾ ਕੰਮ ਤੂੰ ਕਰਨ ਨੂੰ ਕਹਿ ਰਿਹਾ ਬੜਾ ਕਠਿਨ ਹੈ। ਬੇਨਤੀ ਕਰਤ ਰਹਿਓ ਹੋਏ ਠਾਂਡੋ। ਪਰ ਤੂੰ ਇੱਥੇ ਖਲੋਤਾ ਸਾਡੇ ਅੱਗੇ ਬਾਰ-ਬਾਰ ਬੇਨਤੀਆਂ ਕਰ ਰਿਹਾ ਹੈ। ਲੈ ਬੇ ਗ੍ਰੰਥ ਪ੍ਰੇਮ ਔਰ ਬਾਡੋ। ਬਹੁਤਾ ਆਪਣੇ ਮਨ ਵਿੱਚ ਪ੍ਰੇਮ ਵਧਾਇਆ ਹੈ ਕਿ ਮੈਂ ਇਹ ਗ੍ਰੰਥ ਸਾਹਿਬ ਲੈ ਕੇ ਹੀ ਜਾਣਾ ਹੈ ਤੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਜਾ ਕੇ ਦਰਸ਼ਨ ਕਰਵਾਉਣੇ ਨੇ। ਇਹ ਜਿਹੜਾ ਬਹੁਤਾ ਤੂੰ ਪ੍ਰੇਮ ਹਿਰਦੇ ਵਿੱਚ ਵਧਾਇਆ ਤੇ ਬਾਰ-ਬਾਰ ਇਸ ਗੱਲ ਨੂੰ ਦੁਹਰਾਇਆ ਹੈ। ਆਹ ਏਕ ਕਿਮ ਦਇਓ ਨਾ ਜਾਈ। ਸਾਡੇ ਕੋਲ ਇੱਕੋ ਇੱਕ ਗ੍ਰੰਥ ਹੈ, ਇੱਕ ਬੀੜ ਹੈ, ਇਹ ਸਾਡੇ ਪਾਸੋਂ ਨਹੀਂ ਦਿੱਤੀ ਜਾਣੀ। ਤਬ ਤੇਰੋ ਮਾਨ ਸੁ ਘਟ ਜਾਈ। ਪਰ ਜੇ ਅਸੀਂ ਨਾ ਦਈਏ ਤੇ ਫਿਰ ਤੇਰਾ ਮਾਣ ਟੁੱਟਦਾ ਹੈ, ਕਿਉਂਕਿ ਸਾਡਾ ਤੂੰ ਪ੍ਰੇਮੀ ਸਿੱਖ ਹੈ। ਅਨਬਨ ਬਣੀ ਕਹੈ ਕਿਆ ਤੋਹੀ। ਇਹ ਬੜੀ ਅਣਬਣ ਜੀ ਗੱਲ ਬਣੀ ਹੈ। ਜੇ ਅਸੀਂ ਦੇ ਦਈਏ ਤੇ ਇੱਕੋ ਬੀੜ ਹੈ, ਜੇ ਨਾ ਦਈਏ ਤੇ ਤੇਰਾ ਮਾਣ ਟੁੱਟਦਾ। ਇਸ ਲਈ ਇਹ ਅਣਬਣ ਜਿਹੀ ਗੱਲ ਬਣੀ ਹੈ। ਅਬ ਸੁਨ ਲਿਹੋ ਨੀਕ ਜਿਮ ਹੋਹੀ। ਹੁਣ ਸਾਡੀ ਗੱਲ ਸੁਣ ਜਿਸ ਤਰ੍ਹਾਂ ਚੰਗੀ ਲੱਗੇ। ਆਪਣੀ ਪੁਰੀ ਰਾਖ ਇੱਕ ਰਾਤੀ। ਮਹਾਰਾਜ ਕਹਿੰਦੇ ਇਹ ਬੀੜ ਤੂੰ ਲੈ ਜਾ, ਪਰ ਆਪਣੇ ਨਗਰ ਵਿੱਚ ਤੂੰ ਕੇਵਲ ਇੱਕ ਰਾਤ ਇਹ ਗ੍ਰੰਥ ਨੂੰ ਰੱਖਣਾ ਹੈ, ਕਿਉਂਕਿ ਸਾਰੀਆਂ ਸੰਗਤਾਂ ਨੇ ਦਰਸ਼ਨ ਕਰਨੇ ਨੇ। ਤੇ ਉਹ ਸਿੱਖ ਲੰਬਾ ਪੈਂਡਾ ਕਰਕੇ ਇੱਥੇ ਜਿਹੜੇ ਨਹੀਂ ਸੀ ਆ ਸਕਦੇ, ਸੰਗਤ ਜੀ ਅੱਜ ਵੀ ਇਸੇ ਤਰ੍ਹਾਂ ਆਪਾਂ ਦਰਸ਼ਨ ਕਰਦੇ ਹੀ ਹਾਂ ਕਿ ਜਿਸ ਤਰ੍ਹਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਲਕੀ ਜਿਹੜੀ ਉਹ ਲੰਘ ਚੱਲਦੀ ਹੈ। ਤੇ ਜਿਹੜੀਆਂ ਇਲਾਕੇ ਦੀਆਂ ਸੰਗਤਾਂ, ਜਿਹੜੇ ਕੁਝ ਕਾਰੋਬਾਰੀ ਨੇ, ਗ੍ਰਸਤੀ ਹਨ, ਜਿਹੜੇ ਨਹੀਂ ਸੀ ਆ ਸਕੇ, ਉਹ ਵੀ ਲਾਹਾ ਲੈ ਸਕਣ ਮਹਾਰਾਜ ਦੇ ਸਰੂਪ ਦੇ ਦਰਸ਼ਨ ਕਰਕੇ। ਇੰਜ ਕਹਿ ਲਓ ਕਿ ਇਹ ਪਹਿਲੀ ਵਾਰੀ ਇਤਿਹਾਸ ਵਿੱਚ ਜ਼ਿਕਰ ਮਿਲ ਰਿਹਾ ਹੈ ਕਿ ਭਾਈ ਬੰਨੋ ਜੀ ਨੇ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੇ ਲਿਖਵਾਈ ਸੀ, ਉਹ ਬੀੜ ਲੈ ਕੇ ਆਪਣੇ ਨਗਰ ਜਾਣਾ ਹੈ। ਤੇ ਇੰਜ ਕਹਿ ਲਓ ਕਿ ਨਗਰ ਕੀਰਤਨ ਦੇ ਰੂਪ ਦੇ ਵਿੱਚ ਹੀ, ਕਿਉਂਕਿ ਨਗਰਾਂ ਵਿੱਚੋਂ ਇਹ ਬੀੜ ਨਿਕਲਦੀ ਹੋਈ ਨਾਲ ਸਾਰੀਆਂ ਸੰਗਤਾਂ ਇਸ ਬੀੜ ਦੇ ਆਲੇ ਦੁਆਲੇ ਚੱਲਣਗੀਆਂ। ਜਿਸ ਤਰ੍ਹਾਂ ਅੱਜ ਨਗਰ ਕੀਰਤਨ 'ਚ ਆਪਾਂ ਦਰਸ਼ਨ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਆਲੇ ਦੁਆਲੇ ਚਾਰੇ ਪਾਸੇ ਖਲੋ ਕੇ ਨਾਲ ਤੁਰਦੀਆਂ ਜਾਂਦੀਆਂ ਨੇ। ਜਿੱਥੇ ਵੀ ਰਾਤ ਦਾ ਸਮਾਂ ਹੁੰਦਾ ਹੈ ਉੱਥੇ ਰਾਤ ਬਤੀਤ ਕਰਕੇ ਫਿਰ ਅਗਲੇ ਇਲਾਕੇ ਵੱਲੋਂ ਚਾਲੇ ਪਾਏ ਜਾਂਦੇ ਨੇ। ਜਿਹੜੇ ਵੱਡੇ ਨਗਰ ਕੀਰਤਨ ਨੇ ਤੇ ਜਿਹੜੇ ਛੋਟੇ ਇਲਾਕਿਆਂ ਦੇ ਨੇ ਉਹ ਸ਼ਾਮਾਂ ਦੇ ਸਮੇਂ ਨਗਰ ਕੀਰਤਨ ਸੰਪੰਨ ਹੁੰਦੇ ਹਨ। ਸੋ ਗੁਰੂ ਸਾਹਿਬ ਜੀ ਨੇ ਬਚਨ ਕਿਹਾ, ਭਾਈ ਬੰਨੋ ਸਾਡੇ ਕੋਲੋਂ ਇਹ ਬੀੜ ਦਿੱਤੀ ਨਹੀਂ ਸੀ ਜਾਣੀ, ਪਰ ਤੂੰ ਬਾਰ-ਬਾਰ ਬੇਨਤੀਆਂ ਕੀਤੀਆਂ ਨੇ, ਤੇਰਾ ਮਾਣ ਵੀ ਸਾਡੇ ਕੋਲੋਂ ਤੋੜਿਆ ਨਹੀਂ ਜਾਂਦਾ। ਇਸ ਲਈ ਸਾਡਾ ਬਚਨ ਤੂੰ ਮੰਨ। ਜਿਹੜੀ ਗੱਲ ਸਾਨੂੰ ਚੰਗੀ ਲੱਗੀ ਹੈ, ਤੇਰਾ ਵੀ ਮਾਣ ਰਹਿ ਜਾਵੇ, ਇਹ ਬੀੜ ਲੈ ਜਾ। ਕੇਵਲ ਇੱਕ ਰਾਤ ਤੂੰ ਆਪਣੇ ਨਗਰ ਵਿੱਚ ਰੱਖਣਾ ਹੈ। ਲੈ ਕਰ ਹਟੋ ਹੋਏ ਜਬ ਪ੍ਰਾਤੀ। ਜਦੋਂ ਅਗਲਾ ਦਿਨ ਚੜੇ ਤੇ ਬੀੜ ਤੂੰ ਵਾਪਸ ਲੈ ਕੇ ਇਧਰ ਨੂੰ ਆ ਜਾਣਾ ਹੈ। ਦੁਤੀ ਰਾਤ ਰਾਖੋ ਨਹਿ ਕੈਸੇ। ਦੂਜੀ ਰਾਤ ਇਸ ਬੀੜ ਨੂੰ, ਇਸ ਗ੍ਰੰਥ ਸਾਹਿਬ ਨੂੰ ਆਪਣੇ ਨਗਰ ਵਿੱਚ ਨਹੀਂ ਰੱਖਣਾ। ਅਬਲੇ ਜਾਹੋ ਲਿਆਏ ਪੁਨ ਤੈਸੇ। ਹੁਣ ਤੂੰ ਲੈ ਜਾ ਤੇ ਜਿਸ ਤਰ੍ਹਾਂ ਅਸੀਂ ਕਿਹਾ ਹੈ ਉਸੇ ਤਰ੍ਹਾਂ ਤੂੰ ਸਾਡਾ ਬਚਨ ਮੰਨ। ਅਦਬ ਸਾਥ ਰਾਖੋ ਚੁਕਸਾਈ। ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਤੁਸੀਂ ਚੌਕਸੀ ਰੱਖਣੀ ਹੈ, ਧਿਆਨ ਰੱਖਣਾ ਹੈ। ਇਹ ਗੱਲਾਂ ਦੀ ਲੋੜ ਅੱਜ ਵੀ ਸਾਨੂੰ ਬਹੁਤ ਹੈ। ਠੀਕ ਹੈ, ਗੁਰੂ ਘਰ ਤਾਂ ਉਹਨਾਂ ਵਿੱਚ ਤਾਂ ਵਾਧੇ ਹੋਏ, ਪਰ ਜਿਹੜੀ ਗੱਲ ਧਿਆਨ ਵਿੱਚ ਰੱਖਣ ਵਾਲੀ ਸੀ, ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਪ੍ਰਕਾਸ਼ ਹੈ
ਉੱਥੇ ਚੌਕਸੀ ਰੱਖਣੀ ਵੀ ਜਿਹੜੀ ਉਹ ਜ਼ਰੂਰੀ ਹੈ, ਅਤ ਲਾਜ਼ਮੀ। ਭਾਵੇਂ ਗੁਰੂ ਸਾਹਿਬ ਨੇ ਭਾਈ ਬੰਨੋ ਦੀ ਬੇਨਤੀ ਕਰਨ ਤੇ ਬੀੜ ਦਿੱਤੀ ਸੀ, ਪਰ ਗੁਰੂ ਸਾਹਿਬ ਜੀ ਨੇ ਇਹ ਬਚਨ ਵੀ ਕਿਹਾ ਸੀ ਕਿ ਅਦਬ ਸਾਥ ਰਾਖੋ ਚੌਕਸਾਈ। ਅਦਬ ਰੱਖਣਾ ਗ੍ਰੰਥ ਸਾਹਿਬ ਦਾ, ਤੇ ਫਿਰ ਚੌਕਸੀ ਵੀ ਪੂਰੀ ਰੱਖਣੀ ਹੈ। ਪਰ ਅੱਜ ਆਪਾਂ ਦੇਖਦੇ ਹਾਂ ਕਿ ਗੁਰੂ ਘਰ ਤਾਂ ਬਹੁਤ ਬਣੇ ਨੇ, ਪਰ ਗੁਰੂ ਘਰਾਂ ਦੇ ਵਿੱਚ ਜਿੱਥੇ ਸਰੂਪ ਬਿਰਾਜਮਾਨ ਨੇ ਉੱਥੇ ਚੌਕਸੀ, ਉੱਥੇ ਪਹਿਰਾ ਬਹੁਤ ਘੱਟ ਦਿਸਦਾ ਹੈ, ਜਿਹਦਾ ਕਾਰਨ ਬੇਅਦਬੀਆਂ ਜਿਹੜੀਆਂ ਉਹ ਹੁੰਦੀਆਂ ਆਪਾਂ ਦੇਖੀ ਦੀਆਂ ਨੇ। ਇਸ ਲਈ ਇਹ ਵੀ ਧਿਆਨ ਵਿੱਚ ਰੱਖਣਾ ਕਿ ਜਿੱਥੇ ਗੁਰੂ ਸਾਹਿਬ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਨਾ ਹੈ, ਜਾਂ ਜਿੱਥੇ ਗੁਰੂ ਘਰ ਹੋਵੇ ਉੱਥੇ ਪਹਿਰੇਦਾਰੀ ਉਹ ਕਰਨੀ ਵੀ ਜ਼ਰੂਰੀ ਹੈ। ਮਹਾਰਾਜ ਨੇ ਕਿਹਾ ਭਾਈ ਬੰਨੋ ਤੂੰ ਬੀੜ ਤਾਂ ਲੈ ਜਾ, ਪਰ ਅਦਬ ਰੱਖਣਾ, ਸਤਿਕਾਰ ਰੱਖੀ ਬਾਣੀ ਦਾ, ਤੇ ਚੌਕਸੀ ਰੱਖਣੀ, ਪੂਰਾ ਧਿਆਨ ਰੱਖਣਾ ਹੈ। ਸੰਗਤ ਅਲਬੈ ਲਹਿ ਸਮੁਦਾਈ, ਆਸੇ ਪਾਸੇ ਸਾਰੀਆਂ ਸੰਗਤਾਂ ਇਸ ਬੀੜ ਦੇ ਰਹਿਣ। ਇਮ ਕਹਿ ਦਇਓ ਗ੍ਰੰਥ ਲੈ ਚੱਲ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਭਾਈ ਬੰਨੋ ਦੀ ਬੇਨਤੀ ਨੂੰ ਮੰਨ ਕੇ ਗ੍ਰੰਥ ਸਾਹਿਬ ਦਿੱਤਾ ਹੈ। ਭਾਈ ਬੰਨੋ ਜੀ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਇਹ ਗ੍ਰੰਥ ਸਾਹਿਬ ਜੀ ਦੀ ਬੀੜ ਜਿਹੜੀ ਸੀ ਲੈ ਕੇ ਚੱਲ ਪਏ ਹਨ। ਸੰਗਤ ਜਿਸ ਕੇ ਸੰਗ ਬਿਸਾਲਾ, ਜਿਨ੍ਹਾਂ ਦੇ ਨਾਲ ਵੱਡੀ ਤਾਦਾਦ ਵਿੱਚ ਸੰਗਤਾਂ ਜਿਹੜੀਆਂ ਸਨ ਵੱਡੇ ਇਕੱਠ ਵਿੱਚ ਨਾਲ ਜਾ ਰਹੀਆਂ। ਜੇ ਪਹਿਲਾ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਨੇ ਪਹਿਲੀ ਵਾਰੀ ਭਾਈ ਬੰਨੋ ਦੀ ਬੇਨਤੀ ਕਰਨ ਤੇ ਬੀੜ ਕਿਸੇ ਨੂੰ ਦਿੱਤੀ ਹੈ, ਪਰ ਇੱਕ ਸਰੂਪ ਸੀ, ਹਲੇ ਇਹਦਾ ਉਤਾਰਾ ਕੋਈ ਨਹੀਂ ਸੀ ਹੋਇਆ। ਉਤਾਰਾ ਬਾਅਦ ਵਿੱਚ ਭਾਈ ਬੰਨੋ ਜੀ ਨੇ ਕੀਤਾ ਹੈ। ਸਤਿਗੁਰੂ ਜੀ ਦਾ ਬਚਨ ਮੰਨ ਕੇ ਭਾਈ ਬੰਨੋ ਜੀ ਨੇ ਬੀੜ ਲਈ ਹੈ। ਸਾਰੀਆਂ ਸੰਗਤਾਂ ਜਿਹੜੀਆਂ ਨਾਲ ਲੈ ਕੇ ਚੱਲ ਪਏ ਹਨ। ਨਿਗਸ ਗੁਰੂਪੁਰ ਹਿਰਦੈ ਵਿਚਾਰਾ, ਜਦੋਂ ਅੰਮ੍ਰਿਤਸਰ ਪੁਰੀ ਚੋਂ ਬਾਹਰ ਨਿਕਲੇ ਹਨ, ਫਿਰ ਭਾਈ ਬੰਨੋ ਜੀ ਨੇ ਆਪਣੇ ਹਿਰਦੇ 'ਚ ਵਿਚਾਰ ਕੀਤੀ ਹੈ ਕਿਮ ਇਹ ਲਖਿਓ ਜਾਏ ਅਬਸਾਰਾ, ਕਿ ਹੁਣ ਇਹ ਜਿਹੜੀ ਬੀੜ ਦਾ ਉਤਾਰਾ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ, ਕਿਉਂਕਿ ਵੱਡਾ ਗ੍ਰੰਥ ਹੈ, ਇਹਦਾ ਉਤਾਰਾ ਅਸੀਂ ਕਿਸ ਤਰ੍ਹਾਂ ਕਰੀਏ। ਏਕ ਨਿਸਾ ਗੁਰ ਆਏ ਸਭਨੀ, ਗੁਰੂ ਸਾਹਿਬ ਨੇ ਇਹੋ ਆਗਿਆ ਦਿੱਤੀ ਹੈ ਕਿ ਇਸ ਗ੍ਰੰਥ ਸਾਹਿਬ ਨੂੰ ਇੱਕੋ ਰਾਤ ਆਪਣੇ ਨਗਰ ਵਿੱਚ ਰੱਖਣਾ ਹੈ। ਲਿਖਿਓ ਜਾਏ ਕਿਮ ਹੈ ਅਨਬਨੀ, ਪਰ ਇਹ ਅਣਬਣੀ ਜੀ ਗੱਲ ਹੈ। ਮੈਂ ਉਤਾਰਾ ਕਰਨਾ ਚਾਹੁੰਦਾ ਇਸ ਗ੍ਰੰਥ ਸਾਹਿਬ ਦਾ, ਪਰ ਉਤਾਰਾ ਹੋਵੇ ਕਿਸ ਤਰ੍ਹਾਂ। ਗੁਰੂ ਸਾਹਿਬ ਦਾ ਹੁਕਮ ਤਾਂ ਇੱਕ ਰਾਤ ਰੱਖਣ ਦਾ ਹੈ। ਤਬ ਵਿਚਾਰ ਔਰ ਮੈਂ ਹੋਇਆ ਵਾ, ਭਾਈ ਬੰਨੋ ਜੀ ਦੇ ਫਿਰ ਹਿਰਦੇ ਵਿੱਚ ਇਹ ਵਿਚਾਰ ਆਈ ਹੈ ਡੇਰਾ ਕਰਹਿ ਕੋਸ ਇਕਠਾਵਾ, ਕਿ ਇੱਕ ਕੋ ਅੱਗੇ ਚੱਲ ਕੇ ਉੱਥੇ ਜਾ ਕੇ ਆਪਾਂ ਡੇਰਾ ਕਰਦੇ ਹਾਂ। ਤਬੇ ਲਿਖਾਰੀ ਦੀਏ ਲਗਾਏ, ਫਿਰ ਭਾਈ ਬੰਨੋ ਜੀ ਨੇ ਇਹ ਜਿਹੜੇ ਲਿਖਾਰੀ ਸੀ ਬੀੜ ਨੂੰ ਲਿਖਾਉਣ ਵਾਸਤੇ ਲਾ ਦਿੱਤੇ ਨਾਲ, ਕਿਉਂਕਿ ਹੁਕਮ ਹੋਇਆ ਸੀ ਨਗਰ ਵਿੱਚ ਇੱਕ ਰਾਤ ਰੁਕਣਾ, ਪਰ ਪੈਂਡਾ ਹੋ ਸਕਦਾ ਹੈ ਜ਼ਿਆਦਾ ਲੰਮੇਰਾ ਹੋਵੇ, ਤੇ ਜਿੱਥੇ ਵੀ ਭਾਈ ਸਾਹਿਬ ਰੁਕਦੇ ਉੱਥੇ ਲਿਖਾਰੀ ਲਾ ਦਿੰਦੇ ਬੀੜ ਦੀ ਜਿਹੜਾ ਉਤਾਰਾ ਕਰਾਉਣ ਵਾਸਤੇ। ਉਸ ਸਮੇਂ ਜਿਹੜੇ ਲਿਖਾਰੀ ਸਨ ਉਹ ਤੀਖਣ ਬੁੱਧੀ ਵਾਲੇ ਛੇਤੀ ਨਾਲ ਇਸ ਬੀੜ ਦਾ ਉਤਾਰਾ ਕਰਦੇ। ਲਿਖੋ ਸ਼ਤਾਬੀ ਅਰ ਸਮੁਦਾਏ, ਭਾਈ ਬੰਨੋ ਜੀ ਦਾ ਬਚਨ ਮੰਨ ਕੇ ਬੜੀ ਛੇਤੀ ਦੇ ਨਾਲ ਉਹ ਉਤਾਰਾ ਕਰਦੇ ਹਨ। ਆਪਨ ਪੁਰੀ ਲਗ ਇੱਕ ਇੱਕ ਕੋਸ, ਆਪਣੀ ਪੁਰੀ ਵੱਲ ਜਾਂਦਿਆਂ ਇੱਕ ਇੱਕ ਕੋਹ ਤੇ ਰਾਤ ਰਸਤੇ ਵਿੱਚ ਰੁਕਦਿਆਂ ਹੋਇਆਂ, ਡੇਰਾ ਕਰਤ ਲਿਖਿਓ ਆਦੋਸ, ਡੇਰਾ ਕਰਦਿਆਂ ਕਰਦਿਆਂ ਰਸਤੇ ਵਿੱਚ ਰੁਕਦਿਆਂ ਭਾਈ ਬੰਨੋ ਜੀ ਨੇ ਆਪਣੇ ਨਗਰ ਤੱਕ ਪਹੁੰਚਦਿਆਂ ਅੱਧਾ ਜਿਹੜਾ ਉਤਾਰਾ ਸੀ ਇਸ ਗ੍ਰੰਥ ਦਾ ਕਰਾ ਲਿਆ। ਇਕ ਨਿਸ ਬਸ ਕਰ ਨਿਜ ਘਰ ਮਾਹੂ, ਇੱਕ ਰਾਤ ਭਾਈ ਸਾਹਿਬ ਜੀ ਆਪਣੇ ਨਗਰ ਵਿੱਚ ਰੁਕੇ ਨੇ, ਆਪਣੇ ਘਰ ਇੱਕ ਰਾਤ ਬਤੀਤ ਕੀਤੀ ਹੈ। ਹਟੇ ਕੋਸ ਇੱਕ ਡੇਰਾ ਰਾਹੂ, ਫਿਰ ਭਾਈ ਬੰਨੋ ਜੀ ਵਾਪਸ ਚੱਲੇ ਨੇ, ਤੇ ਰਸਤੇ ਵਿੱਚ ਜਦ ਰੁਕਦੇ ਸਨ ਤਿਸੀ ਪ੍ਰਕਾਰ ਸੁਧਾ ਸਰ ਆਏ। ਇਸੇ ਤਰ੍ਹਾਂ ਭਾਈ ਬੰਨੋ ਜੀ ਨੇ ਰਸਤੇ ਵਿੱਚ ਰੁਕਦਿਆਂ ਜਿੱਥੇ ਵੀ ਰੁਕ ਕੇ ਸਮਾਂ ਬਤੀਤ ਕਰਦੇ ਉੱਥੇ ਨਾਲ ਲਿਖਾਰੀ ਲਾ ਕੇ ਉਤਾਰਾ ਕਰਾ ਲੈਂਦੇ। ਤੇ ਭਾਈ ਬੰਨੋ ਜੀ ਜਦੋਂ ਬੀੜ ਦਾ ਉਤਾਰਾ ਹੋ ਗਿਆ ਉਸ ਸਮੇਂ ਵਾਪਸ ਅੰਮ੍ਰਿਤਸਰ ਨਗਰ ਵਿੱਚ ਪਹੁੰਚੇ ਹਨ। ਆਵਤ ਜਾਤੇ ਸਰਬ ਲਿਖਾਏ, ਆਉਂਦਿਆਂ ਜਾਂਦਿਆਂ ਭਾਈ ਬੰਨੋ ਜੀ ਨੇ ਸਾਰੀ ਜਿਹੜੀ ਬੀੜ ਸੀ ਲਿਖਵਾ ਲਈ ਹੈ। ਕੇਤਕ ਸ਼ਬਦ ਲਿਖੇ ਅਦਕਾਈ, ਕੁਝ ਕੁ ਸ਼ਬਦ ਜਿਹੜੇ ਸਨ ਇੰਜ ਕਹਿ ਲਓ ਕਿ ਭਾਈ ਬੰਨੋ ਜੀ ਨੂੰ ਜਾਂ ਪਹਿਲਾਂ ਇਹਨਾਂ ਦੇ ਕੋਲ ਹੋਣ ਜਾਂ ਬਾਅਦ ਵਿੱਚ ਇਹਨਾਂ ਨੂੰ ਕਿਸੇ ਪਾਸੋਂ ਮਿਲੇ, ਕਿਉਂਕਿ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਮੁਬਾਰਕ ਚਰਨ ਪਏ ਨੇ ਉੱਥੇ ਜਿਹੜੀਆਂ ਸਿੱਖ ਸੰਗਤਾਂ ਸਨ ਜਾਂ ਜਿਹੜੇ ਸਿੱਖ ਬਣਦੇ ਸੀ ਉਹ ਗੁਰੂ ਸਾਹਿਬ ਦੀ ਰਸਨਾ ਤੋਂ ਜਿਹੜੇ ਬਚਨ ਸੁਣਦੇ ਉਹਨੂੰ ਲਿਖ ਲੈਂਦੇ। ਤੇ ਭਾਈ ਬੰਨੋ ਜੀ ਨੂੰ ਹੋ ਸਕਦਾ ਕੁਝ ਸ਼ਬਦ ਮਿਲੇ ਹੋਣ,
ਤੇ ਭਾਈ ਬੰਨੋ ਜੀ ਨੇ ਉਹ ਸ਼ਬਦ ਵਿੱਚ ਲਿਖਵਾ ਦਿੱਤੇ। ਆਏ ਪੁੰਨ ਸ੍ਰੀ ਗੁਰ ਅਗਵਾਈ, ਜਦੋਂ ਵਾਪਸ ਭਾਈ ਬੰਨੋ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਆਏ ਹਨ, ਜੁਗਲ ਗ੍ਰੰਥ ਸਾਹਿਬ ਧਰ ਦੀਨੇ। ਇਹ ਦੋਨੋਂ ਜਿਹੜੇ ਗ੍ਰੰਥ ਸੀ ਗੁਰੂ ਸਾਹਿਬ ਜੀ ਦੇ ਅੱਗੇ ਲਿਆ ਬਿਰਾਜਮਾਨ ਕੀਤੇ। ਉਹ ਬੀੜ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੇ ਲਿਖਵਾਈ ਸੀ ਭਾਈ ਗੁਰਦਾਸ ਸਾਹਿਬ ਜੀ ਪਾਸੋਂ, ਉਹਨੂੰ ਉਸੇ ਤਰ੍ਹਾਂ ਰੱਖਿਆ। ਪਰ ਜਿਹੜੀ ਦੂਸਰੀ ਬੀੜ ਭਾਈ ਬੰਨੋ ਨੇ ਉਤਾਰਾ ਕਰਵਾਇਆ ਸੀ, ਉਹਦੇ ਵਿੱਚ ਭਾਈ ਬੰਨੋ ਜੀ ਨੇ ਕੁਝ ਸ਼ਬਦ ਦਰਜ ਕੀਤੇ ਸਨ। ਇਹ ਦੋਵੇਂ ਗ੍ਰੰਥ ਸਾਹਿਬ ਬੀੜਾਂ ਜਿਹੜੀਆਂ ਸੀ ਲਿਆ ਕੇ ਗੁਰੂ ਸਾਹਿਬ ਅੱਗੇ ਬਿਰਾਜਮਾਨ ਕੀਤੀਆਂ। ਅਦਕ ਜੋ ਹੋਤੇ ਸੁਨਾਵਨ ਕੀਨੇ, ਜਿਹੜੇ ਕੁਝ ਸ਼ਬਦ ਹੋਰ ਭਾਈ ਬੰਨੋ ਜੀ ਦੇ ਕੋਲ ਸੀ, ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੁਣਾਏ ਹਨ। ਪਿਕ ਅਰ ਸੁਨ ਸ੍ਰੀ ਮੁਖ ਫਰਮਾਇਓ, ਭਾਈ ਬੰਨੋ ਜੀ ਪਾਸੋਂ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਮੁਖੋਂ ਕਿਹਾ, ਲਿਖ ਕਰ ਅਦਕ ਜਿਤੋ ਤੁਮ ਪਾਇਓ। ਮਹਾਰਾਜ ਕਹਿੰਦੇ ਜਿਹੜੇ ਵਾਧੂ ਸ਼ਬਦ ਤੁਸੀਂ ਲਿਆ ਕੇ ਸਾਡੇ ਸਾਹਮਣੇ ਰੱਖੇ ਹਨ, ਤਿਸੀ ਬੀੜ ਮੈਂ ਰਖੋ ਲਿਖਾਵੋ। ਇਹ ਤੂੰ ਆਪਣੇ ਪਾਸ ਹੀ ਉਹ ਸ਼ਬਦ ਰੱਖ, ਉਸ ਗ੍ਰੰਥ ਵਿੱਚ ਹੀ ਰੱਖ ਜਿਹਦਾ ਤੂੰ ਤਾਰਾ ਕੀਤਾ ਹੈ। ਨਹਿ ਇਸ ਗ੍ਰੰਥ ਵਿਖੈ ਸੋ ਪਾਵੋ, ਇਸ ਗ੍ਰੰਥ ਦੇ ਵਿੱਚ ਤੂੰ ਇਹ ਜਿਹੜੇ ਸ਼ਬਦ ਹਨ ਉਹ ਨਹੀਂ ਦਰਜ ਕਰਨੇ, ਇਹਨੂੰ ਉਸੇ ਤਰ੍ਹਾਂ ਰੱਖਣਾ ਜਿਸ ਤਰ੍ਹਾਂ ਅਸੀਂ ਲਿਖਵਾਇਆ ਹੈ। ਜਾਂ ਤੇ ਭਈ ਬੀੜ ਦਵੈ ਗ੍ਰੰਥ, ਇਸ ਤਰ੍ਹਾਂ ਇਹ ਉਤਾਰਾ ਜਿਹੜਾ ਸੀ ਭਾਈ ਬੰਨੋ ਜੀ ਨੇ ਕੀਤਾ। ਫਿਰ 1 ਤੋਂ 2 ਬੀੜਾਂ ਜਿਹੜੀਆਂ ਸੀ ਉਹ ਹੋਈਆਂ ਹਨ। ਲਿਖਤ ਪੜਤ ਸ੍ਰੀ ਸਤਿਗੁਰ ਪੰਥ, ਗੁਰੂ ਸਾਹਿਬ ਜੀ ਦਾ ਜਿਹੜਾ ਪੰਥ ਹੈ ਉਹ ਇਸ ਬੀੜਾਂ ਤੋਂ ਫਿਰ ਅੱਗੇ ਬਾਣੀ ਸੁਣਦਾ ਹੈ, ਅਤੇ ਫਿਰ ਇਹਨਾਂ ਅੱਗੇ ਬੀੜਾਂ ਦੇ ਉਤਾਰੇ ਹੋਏ ਹਨ। ਸੁਨਤ ਪੜਤ ਜਿਨ ਹਿਰਦੈ ਬਸਾਈ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸੁਣ ਕੇ ਪੜ੍ਹ ਕੇ ਆਪਣੇ ਹਿਰਦੇ 'ਚ ਵਸਾਇਆ ਹੈ, ਤਿਨ ਪਰ ਕਉ ਪੁਨ ਪੁਨ ਬਲ ਜਾਈ। ਉਹਨਾਂ ਦੇ ਉਤੋਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਸਾਧ ਸੰਗਤ ਜੀ, ਭਾਈ ਵੀਰ ਸਿੰਘ ਜੀ ਨੇ ਇੱਥੇ ਇੱਕ ਨੋਟ ਦਿੱਤਾ ਹੈ ਕਿ ਇਹ ਪਰੰਪਰਾ ਜਿਹੜੀ ਹੈ ਇਸ ਗੱਲ ਤੋਂ ਚੱਲੀ ਆਈ ਕਿ ਭਾਈ ਬੰਨੋ ਦੀ ਬੀੜ ਨੂੰ ਗੁਰੂ ਜੀ ਨੇ ਇਸ ਵੇਲੇ ਖਾਰੀ ਬੀੜ ਵੀ ਕਿਹਾ ਸੀ। ਇਹ ਬੀੜ ਮੰਗਟ ਜ਼ਿਲ੍ਹਾ ਗੁਜਰਾਤ ਦੇ ਵਿੱਚ ਹੈ, ਉੱਥੇ ਗੁਰਦੁਆਰਾ ਹੈ ਤੇ ਉਹ ਬੀੜ ਭਾਈ ਬੰਨੋ ਜੀ ਵਾਲੀ ਮੌਜੂਦ ਹੈ। ਤੇ ਇਸੇ ਤਰ੍ਹਾਂ ਉਹ ਜਿਹੜੀ ਬੀੜ ਭਾਈ ਬੰਨੋ ਜੀ ਨੇ ਲਿਖੀ ਸੀ, ਉਤਾਰਾ ਕੀਤਾ ਸੀ, ਜਿਹਨੂੰ ਖਾਰੀ ਬੀੜ ਕਿਹਾ ਗਿਆ, ਉਹ ਮੰਗਟ ਗੁਜਰਾਤ ਦੇ ਵਿੱਚ ਨਗਰ ਹੈ, ਉਹ ਬੀੜ ਉੱਥੇ ਮੌਜੂਦ ਹੈ। ਪਰ ਉਸ ਬੀੜ ਦੇ ਵਿੱਚ ਵੀ ਜਿਹੜੀ ਰਾਗਮਾਲਾ ਹੈ ਉਹਦੇ ਦਰਸ਼ਨ ਕੀਤੇ ਜਾਂਦੇ ਨੇ। ਜਿਹੜੇ ਤਰਕ ਕਰਦੇ ਹਨ ਕਿ ਬਾਣੀ ਬਾਅਦ ਵਿੱਚ ਲਿਖਵਾਈ ਜਾਂ ਕਿਸੇ ਹੋਰ ਕਵੀਆਂ ਦੇ ਉਤਾਰੇ, ਇਸ ਤਰ੍ਹਾਂ ਨਹੀਂ। ਜਿਹੜੀ ਬੀੜ ਅਸੀਂ ਕਰਤਾਰਪੁਰ ਦਰਸ਼ਨ ਕਰਦੇ ਹਾਂ ਉਹਦੇ ਵਿੱਚ ਵੀ ਰਾਗਮਾਲਾ ਮੌਜੂਦ ਹੈ। ਜਿਹੜੀ ਬੀੜ ਭਾਈ ਬੰਨੋ ਜੀ ਨੇ ਲਿਖਵਾਈ ਉਹਦੇ ਵਿੱਚ ਵੀ ਰਾਗਮਾਲਾ ਮੌਜੂਦ ਹੈ। ਇਸੇ ਤਰ੍ਹਾਂ ਜਿਹੜੀ ਬੀੜ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੁੰਦੀ ਹਰ ਰੋਜ਼, ਉਹ ਵੀ 1 ਓੰਕਾਰ ਤੋਂ ਲੈ ਕੇ 18 10 20 ਤੱਕ ਉਹ ਬੀੜ ਮੌਜੂਦ ਹੈ। ਅੰਮ੍ਰਿਤਸਰ ਠਾਕਰਾਂ ਦੇ ਡੇਰੇ ਇੱਕ ਸਾਧੂ ਸੋਭਾ ਸਿੰਘ ਨੇ ਰਾਗਮਾਲਾ ਤੋਂ ਬਿਨਾਂ ਬੀੜ ਲਿਖੀ ਸੀ, ਤਖਤ ਸਾਹਿਬ ਆ ਕੇ, ਤੇ ਫਿਰ ਬਾਅਦ ਵਿੱਚ ਆਪਣੀ ਜਿਹੜੀ ਕੁਲ ਸੀ ਉਹਨੇ ਬਖਸ਼ਾਈ। ਕਿਉਂਕਿ ਤਖਤ ਸਾਹਿਬ ਇਕੱਤਰ ਹੋ ਕੇ ਸਾਰਿਆਂ ਸੰਗਤਾਂ ਨੇ ਇਹ ਬਚਨ ਕਿਹਾ ਸੀ ਕਿ ਜੇ ਇਹ ਸੋਭਾ ਸਿਉ ਝੂਠਾ ਹੈ ਤੇ ਫਿਰ ਇਹਦੀ ਜ਼ੁਬਾਨ ਬੰਦ ਹੋਵੇ। ਕੁਝ ਇਹ ਵੀ ਲਿਖਦੇ ਨੇ ਕਿ ਜ਼ੁਬਾਨ ਵਿੱਚ ਕਿਰਮ ਵੀ ਚੱਲੇ ਸਨ। ਇਹਦਾ ਉਤਾਰਾ ਭਾਈ ਵੀਰ ਸਿੰਘ ਜੀ ਨੇ ਦਿੱਤਾ ਹੈ ਕਿ ਫਿਰ ਸਾਰੀ ਸੰਗਤ ਵੱਲੋਂ ਜਦੋਂ ਇਹ ਅਰਦਾਸ ਹੋਈ ਜਾਂ ਬਚਨ ਕਹੇ ਗਏ ਤੇ ਫਿਰ ਸੋਭਾ ਸਿਉ ਦੀ ਜਿਹੜੀ ਜ਼ੁਬਾਨ ਸੀ ਉਹ ਬੰਦ ਹੋ ਗਈ ਸੀ। ਬਾਅਦ ਵਿੱਚ ਸੋਭਾ ਸਿਉ ਨੇ ਫਿਰ ਇੱਥੇ ਆ ਕੇ ਸੰਗਤ ਦੇ ਵਿੱਚ ਪੇਸ਼ ਹੋ ਕੇ ਅਰਦਾਸ ਬੇਨਤੀ ਕਰਵਾਈ ਤੇ ਆਪਣੀ ਭੁੱਲ ਬਖਸ਼ਾਈ ਸੀ। ਇਸ ਲਈ ਇਹ ਤਖਤ ਸਾਹਿਬ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਕੋਈ ਵੀ ਜਿਹੜਾ ਹੈ ਉਹ ਰਾਗਮਾਲਾ ਤੋਂ ਬਿਨਾਂ ਸਰੂਪ ਨਾ ਛਪਵਾਵੇ, ਤੇ ਜਿਹੜਾ ਭੋਗ ਪਾਉਣਾ ਹੈ ਪਾਠ ਦਾ, ਭਾਵੇਂ ਸਹਿਜ ਪਾਠ ਭਾਵੇਂ ਅਖੰਡ ਪਾਠ ਸਾਹਿਬ, ਉਹ ਸੰਪੂਰਨ ਬਾਣੀ ਪੜ੍ਹ ਕੇ ਭੋਗ ਪਵਾਇਆ ਜਾਵੇ। ਇਹਦਾ ਉਤਾਰਾ ਭਾਈ ਵੀਰ ਸਿੰਘ ਜੀ ਨੇ ਇੱਥੇ ਦਿੱਤਾ ਹੈ। ਸੋ ਆਓ ਜਿਹੜਾ ਕਿ ਪ੍ਰਸੰਗ ਆਰੰਭ ਹੋ ਰਿਹਾ ਸਰਵਣ ਕਰੀਏ। ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਜਿਹੜਾ ਵੀ ਇਸ ਬਾਣੀ ਨੂੰ ਸੁਣ ਕੇ ਆਪਣੇ ਹਿਰਦੇ 'ਚ ਵਸਾਉਂਦਾ ਹੈ, ਮੈਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ। ਦੋਹਰਾ ਕਿਤਕ ਕਹਿਤ ਹੈ ਗ੍ਰੰਥ ਕੋ ਜਿਲਤ ਬਧਾਵਨ ਕਾਜ। ਇਹ ਗੱਲ ਦਾ ਉਤਾਰਾ ਭਾਈ ਸਾਹਿਬ ਨੇ ਇੱਥੇ ਕੀਤਾ। ਕਹਿਣ ਲੱਗੇ ਕਿ ਕੁਝ ਕੁ ਵਿਦਵਾਨ ਇਹ ਵੀ ਲਿਖਦੇ ਨੇ ਕਿ ਭਾਈ ਬੰਨੋ ਜੀ ਨੂੰ ਇਹ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਸੀ ਨਾ,
ਇਹ ਜਿਲਦ ਬਣਾਉਣ ਵਾਸਤੇ ਦਿੱਤੀ ਸੀ। ਭੇਜਿਓ ਲਾਭਪੁਰ ਨਗਰ ਕੋ ਗੁਰੂ ਗਰੀਬ ਨਿਵਾਜ। ਗਰੀਬ ਨਿਵਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਲਾਹੌਰ ਭਾਈ ਬੰਨੋ ਦੇ ਹੱਥ ਇਹ ਬੀੜ ਜਿਲਦ ਬਣਾਉਣ ਵਾਸਤੇ ਭੇਜੀ ਸੀ। ਰਸਤੇ ਵਿੱਚ ਭਾਈ ਬੰਨੋ ਜੀ ਨੇ ਉਹਦਾ ਉਤਾਰਾ ਕੀਤਾ, ਪਰ ਕੁਝ ਸ਼ਬਦ ਵੱਧ ਹੋਣ ਕਰਕੇ ਬੀੜ ਨੂੰ ਖਾਰੀ ਬੀੜ ਕਿਹਾ ਜਾਂਦਾ ਹੈ। ਸੋ ਇਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਹੀ ਇਸ ਬੀੜ ਦਾ ਉਤਾਰਾ ਹੋਇਆ ਹੈ। ਤਹ ਆਵਤ ਜਾਤੇ ਲਿਖਿਓ ਬੰਨੋ ਗ੍ਰੰਥ ਦੁਤੀ। ਆਉਂਦਿਆਂ ਜਾਂਦਿਆਂ ਭਾਈ ਬੰਨੋ ਜੀ ਨੇ ਦੂਜੇ ਗ੍ਰੰਥ ਦਾ ਉਤਾਰਾ ਕੀਤਾ ਹੈ। ਮਹਿਮਾ ਸ਼੍ਰੀ ਸਤਿਗੁਰੂ ਕੀ ਸਭ ਵਿਦ ਉੱਤਮ ਵੀ। ਪਰ ਗੁਰੂ ਕੀ ਮਹਿਮਾ ਹੈ, ਜਿਹੜੀ ਮਹਿਮਾ ਗੁਰੂ ਸਾਹਿਬ ਦੀ ਸਭ ਤੋਂ ਉੱਤਮ ਤੇ ਸਭ ਤੋਂ ਮਹਾਨ ਹੈ। ਸਵਈਆ ਸੰਮਤ 1661। ਹਾਂ, ਇਹ ਲਿਖਦੇ ਹਨ ਭਾਈ ਸੰਤੋਖ ਸਿੰਘ ਜੀ ਸਮਾਂ ਜਦੋਂ ਇਹ ਬੀੜ ਦੀ ਸੰਪੂਰਨਤਾ ਹੋਈ, ਜਦੋਂ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ ਹੋਇਆ। ਕਿਹੜਾ ਸਮਾਂ ਸੀ? ਸੰਮਤ 1661 ਹੈ। 1600 ਤੇ 60 ਤੇ 1 61 ਸੰਮਤ, 1661 ਸੰਮਤ ਹੈ। ਭਾਦਵ ਕੀ ਸੁਧ ਏਕਮ ਜਾਨੋ। ਭਾਦੋ ਸੋਧੀ ਏਕਮ ਦਾ ਦਿਨ ਜਿਹੜਾ ਸੀ 1661 ਸੰਮਤ ਭਾਦੋਂ ਸੋਧੀ ਏਕਮ ਵਾਲੇ ਦਿਨ ਗ੍ਰੰਥ ਸਮਾਪਤ ਸ੍ਰੀ ਗੁਰ ਕੀਨ। ਇਸ ਗ੍ਰੰਥ ਸਾਹਿਬ ਦੀ ਸੰਪੂਰਨਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਰਵਾਈ ਹੈ। ਮਹਾ ਉਤਸ਼ਾਹ ਗੁਰੂ ਘਰ ਠਾਨੋ। ਗੁਰੂ ਘਰ ਦੇ ਵਿੱਚ ਵੱਡਾ ਉਤਸ਼ਾਹ ਜਿਹੜਾ ਸੀ ਸੰਗਤ ਵੱਲੋਂ ਮਨਾਇਆ ਗਿਆ। ਸੰਗਤ ਦੇਸ਼ ਵਿਦੇਸ਼ਨ ਕੀ ਸੁਨ ਕੈ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਜਦੋਂ ਸੁਣਿਆ ਹੈ ਕਿ ਗੁਰੂ ਸਾਹਿਬ ਜੀ ਨੇ ਬੀੜ ਤਿਆਰ ਕਰਵਾ ਲਈ ਹੈ, ਮਨ ਆਨੰਦ ਦੀਰਘ ਮਾਨੋ। ਮਨ ਦੇ ਵਿੱਚ ਸੰਗਤਾਂ ਦੇ ਬਹੁਤ ਆਨੰਦ ਸੀ, ਪ੍ਰਸੰਨਤਾ ਹੈ, ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਕਾਰਜ ਆਰੰਭਿਆ ਸੀ ਉਹ ਪੂਰਾ ਹੋਇਆ। ਸਿੱਖ ਸੰਗਤਾਂ ਦੇ ਮਨ ਵਿੱਚ ਬੜੀ ਪ੍ਰਸੰਨਤਾ ਖੁਸ਼ੀ ਹੈ। ਦੇਖਨ ਆਵਤ ਭਾਉ ਬਦਾਵਤ। ਬਹੁਤਾ ਪ੍ਰੇਮ ਵਧਾ ਕੇ ਦੂਰ ਦਰਾੜਿਓਂ ਸੰਗਤਾਂ ਚੱਲ ਕੇ ਦਰਸ਼ਨ ਕਰਨ ਆਉਂਦੀਆਂ ਹਨ। ਕੋ ਲਿਖਵਾਵਨ ਕੋ ਹਿਤਵਾਨੋ। ਤੇ ਇਹ ਬੀੜ ਦੇ ਉਤਾਰੇ ਕਰਾਉਣ ਵਾਸਤੇ ਸਿੱਖ ਜਿਹੜੇ ਸੀ ਉਹ ਬੜੇ ਪ੍ਰੇਮੀ ਬਣੇ। ਬਾਅਦ ਵਿੱਚ ਇਹ ਗ੍ਰੰਥ ਦੇ ਉਤਾਰੇ ਵੀ ਹੋਏ ਹਨ ਤੇ ਕਈ ਇਲਾਕਿਆਂ ਦੇ ਵਿੱਚ ਹੱਥ ਲਿਖਤ ਉਤਾਰੇ ਅੱਜ ਵੀ ਦਰਸ਼ਨ ਕਰਨ ਵਾਸਤੇ ਮਿਲਦੇ ਨੇ। ਸੋ ਬੜੇ ਪ੍ਰੇਮੀ ਜਿਹੜੇ ਜਨ ਸਨ ਉਹ ਇਸ ਗ੍ਰੰਥ ਦੇ ਉਤਾਰੇ ਕਰਾਉਣ ਵਾਸਤੇ ਤਿਆਰ ਹੋਏ। ਬੰਨੋ ਆਦਿਕ ਹੈ ਸਿੱਖ ਸੰਗਤ। ਭਾਈ ਬੰਨੋ ਜੀ ਦੇ ਨਾਲ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ। ਸ੍ਰੀ ਗੁਰ ਬੈਠ ਦੀਵਾਨ ਲਗਾਇਓ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੁੰਦਰ ਸਜੇ ਦੀਵਾਨ ਵਿੱਚ ਬਿਰਾਜਮਾਨ ਹੋਏ ਹਨ। ਸ੍ਰੀ ਹਰਗੋਬਿੰਦ ਪਾਸ ਬਿਰਾਜਤ। ਸ੍ਰੀ ਹਰਗੋਬਿੰਦ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਿਬਜ਼ਾਦੇ ਸੁਪੁੱਤਰ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਬੈਠੇ ਹਨ। ਚੰਦ ਮਨੋ ਪਰਿਵਾਰ ਸੁਹਾਇਓ। ਭਾਈ ਸਾਹਿਬ ਜੀ ਕਹਿੰਦੇ ਨੇ, ਮਾਨੋ ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਚੰਦਰਮਾ ਸ਼ੋਭਾ ਪਾ ਰਿਹਾ ਹੋਵੇ, ਇਸ ਤਰ੍ਹਾਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਜਿਹੜੀ ਹੈ ਉਹ ਚੰਦਰਮਾਮਈ ਠੰਡ ਦੇਣ ਵਾਲੀ, ਪ੍ਰਕਾਸ਼ ਕਰਨ ਵਾਲੀ ਹੈ। ਸੀਖ ਲਗੇ ਸਭ ਕੋ ਤਬ ਦੇਵਨ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਈਆਂ ਸੰਗਤਾਂ ਨੂੰ ਸਿੱਖਿਆ ਦੇਣ ਲੱਗੇ ਹਨ। ਸ਼੍ਰੀ ਭਰਿਓ ਬਚ ਜਉ ਫਰਮਾਇਓ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਵਿੱਚ ਮੁਕਤੀ ਹੈ, ਕਲਿਆਣ ਹੈ। ਜਿਹੜੇ ਬਚਨ ਗੁਰੂ ਸਾਹਿਬ ਜੀ ਨੇ ਫਰਮਾਏ ਨੇ ਨਾ, ਉਹ ਬਚਨ ਸਤਿਗੁਰਾਂ ਦੇ ਮੁਕਤੀ ਦੇ ਭਰੇ ਹੋਏ ਨੇ। ਜਿਹੜੀ ਮੁਕਤੀ ਨੂੰ ਭਾਲਣ ਵਾਸਤੇ ਜੋਗੀ ਇਸੇ ਤਰ੍ਹਾਂ ਵੱਡੇ ਵੱਡੇ ਸਿੱਧ ਸਮਾਧੀਆਂ ਲਾਉਂਦੇ ਨੇ, ਪਰ ਉਹ ਮੁਕਤੀ ਉਹਨਾਂ ਨੂੰ ਨਹੀਂ ਮਿਲਦੀ ਜਿਹੜੀ ਮੁਕਤੀ ਗੁਰੂ ਸਾਹਿਬ ਦੇ ਬਚਨਾਂ ਦੇ ਵਿੱਚ ਸਾਨੂੰ ਮਿਲਦੀ ਹੈ। ਇਸ ਲਈ ਗੁਰੂ ਸਾਹਿਬ ਜੀ ਦਾ ਕੱਲਾ ਕੱਲਾ ਬੋਲ ਜਿਹੜਾ ਹੈ ਉਹ ਮੁਕਤੀ ਦੇ ਨਾਲ ਭਰਿਆ ਹੋਇਆ ਹੈ। ਗ੍ਰੰਥ ਜਹਾਜ ਸੋ ਭੌਜਲ ਕੋ ਤਰ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਆਈਆਂ ਸੰਗਤਾਂ ਦੇ ਤਾਈਂ, ਤੇ ਗੁਰੂ ਸੰਗਤ ਜੀ ਇਹ ਬਚਨ ਕੇਵਲ ਉਦੋਂ ਵਾਸਤੇ ਹੀ ਨਹੀਂ, ਇਹ ਬਚਨ ਤਾਂ ਗੁਰੂ ਸਾਹਿਬ ਜੀ ਦੇ ਅੱਜ ਵੀ ਜਿਹੜੇ ਸਿੱਖ ਨੇ ਬੜੀ ਭਾਵਨਾ ਤੇ ਪ੍ਰੇਮ ਦੇ ਨਾਲ ਸੁਣਦੇ ਨੇ, ਉਹਨਾਂ ਬਚਨਾਂ ਤੇ ਪਹਿਰਾ ਦਿੰਦੇ ਨੇ। ਗੁਰਦੇਵ ਕਹਿੰਦੇ ਨੇ, ਗ੍ਰੰਥ ਜਹਾਜ ਸੋ ਭੌਜਲ ਕੋ ਤਰ। ਇਹ ਜਿਹੜਾ ਗ੍ਰੰਥ ਸਾਹਿਬ ਬੀੜ ਤਿਆਰ ਕੀਤੀ ਹੈ ਨਾ, ਇਹ ਭਵਜਲ ਸੰਸਾਰ ਤੋਂ ਤਰਨ ਵਾਸਤੇ ਅਸੀਂ ਜਹਾਜ਼ ਬਣਾਇਆ ਹੈ। ਇਹ ਗੁਰੂ ਸਾਹਿਬ ਜੀ ਦੀ ਵੱਡੀ ਦੇਣ ਹੈ ਪੰਥ ਨੂੰ। ਜਾਤ ਸੁਖੇਨ ਜਿਨੀ ਚਿਤ ਲਾਇਓ। ਜਿਨ੍ਹਾਂ ਨੇ ਵੀ ਇਹ ਬਾਣੀ ਦੇ ਨਾਲ ਚਿੱਤ ਲਾਇਆ, ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਿਆ ਚਿੱਤ ਦੇ ਨਾਲ, ਪ੍ਰੇਮ ਦੇ ਨਾਲ, ਉਹ ਇਸ ਭਵਜਲ ਸੰਸਾਰ ਤੋਂ ਤਰੇ ਹਨ। ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ। ਇਹ ਗੁਰੂ ਸਾਹਿਬ ਜੀ ਨੇ ਫਿਰ ਬਚਨ ਕੀਤਾ ਹੈ, ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਹਿ ਦਰਸੈ ਹੈ, ਕਿ ਜਿਹੜਾ ਗੁਰੂ ਦਾ ਸਰੀਰ ਹੈ ਉਹ ਸਾਰੀਆਂ ਥਾਵਾਂ ਦੇ ਉੱਤੇ ਜੇ ਉਹਦੇ ਦਰਸ਼ਨ ਕਰਨੇ ਹੋਣ ਤੇ ਉਹਦੇ ਦਰਸ਼ਨ, ਚਲੋ ਜਿਹੜੇ ਤਾਂ ਭਾਵਨਾ ਵਾਲੇ ਨੇ, ਗੁਰ ਕੀ ਮੂਰਤ ਮਨ ਮੈਂ ਧਿਆਨ,
ਉਹ ਧਿਆਨ ਦੁਆਰਾ ਕਰ ਲੈਣ। ਪਰ ਜੇ ਸਾਰੀ ਸੰਗਤ ਨੇ ਦਰਸ਼ਨ ਕਰਨੇ ਹੋਣ, ਆਈਆਂ ਸੰਗਤਾਂ ਨੇ ਗੁਰੂ ਦੇ ਸਰੀਰ ਦੇ, ਤੇ ਸਰੀਰ ਦੇ ਦਰਸ਼ਨ ਸਾਰੀਆਂ ਥਾਵਾਂ ਤੇ ਨਹੀਂ ਹੁੰਦੇ। ਸਭ ਥਾਨ ਸਮੈ ਸਭ ਨਾ ਦਰਸੈ ਹੈ। ਸਾਰਿਆਂ ਸਮਿਆਂ ਦੇ ਵਿੱਚ ਸਾਰੀਆਂ ਥਾਵਾਂ ਦੇ ਉੱਤੇ ਗੁਰੂ ਦੇ ਸਰੀਰ ਦੇ ਦਰਸ਼ਨ ਨਹੀਂ ਹੁੰਦੇ। ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ। ਇਹ ਜਿਹੜਾ ਗ੍ਰੰਥ ਸਾਹਿਬ ਬੀੜ ਤਿਆਰ ਕੀਤੀ ਹੈ, ਗੁਰੂ ਕਾ ਹਿਰਦਾ ਹੈ, ਜਾਣ ਲੋ ਗੁਰ ਸਿੱਖੋ। ਉਤਮ ਹੈ ਸਭ ਕਾਲ ਰਹਿ ਹੈ। ਇਹ ਗ੍ਰੰਥ ਸਾਹਿਬ ਸਭ ਤੋਂ ਉੱਤਮ ਹੈ ਤੇ ਹਰ ਸਮੇਂ ਮੌਜੂਦ ਰਹਿਣ ਵਾਲੀ ਬਾਣੀ, ਹਰ ਸਮੇਂ ਮੌਜੂਦ ਰਹਿਣ ਵਾਲਾ ਗੁਰੂ ਤੁਹਾਨੂੰ ਦੇ ਕੇ ਚੱਲੇ ਆ। ਇਹ ਗੁਰੂ ਜਿਹੜਾ ਹੈ ਰਹਿੰਦੀ ਦੁਨੀਆ ਤੱਕ, ਇੱਥੋਂ ਤੱਕ ਕਿ ਜਦੋਂ ਦੁਨੀਆ ਖਤਮ ਹੁੰਦੀ ਹੈ, ਪਰ ਜਿਹੜਾ ਸ਼ਬਦ ਹੈ ਉਹ ਤਾਂ ਸਦੀਵ ਕਾਲ ਰਹਿਣ ਵਾਲਾ ਹੈ ਨਾ। ਜਿਸ ਸ਼ਬਦ ਗੁਰੂ ਦੇ ਲੜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਲਾਇਆ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਸਾਹਿਬ ਜੀ ਕਹਿੰਦੇ ਉੱਤਮ ਹੈ ਸਭ ਕਾਲ ਰਹਿ। ਪਰ ਹੈਰਾਨੀ ਹੁੰਦੀ ਹੈ ਕਿ ਅੱਜ ਵੀ ਇਹਨਾਂ ਕੁਝ ਸੁਣ ਕੇ, ਇੰਨਾ ਗਿਆਨ ਪ੍ਰਾਪਤ ਕਰਕੇ, ਇੰਨਾ ਪੜ੍ਹ ਲਿਖ ਕੇ ਵੀ ਸਮਾਜ ਜਿਹੜਾ ਹੈ ਉਹ ਹਲੇ ਵੀ ਜਿਹੜਾ ਦੇਹਧਾਰੀ ਸਰੀਰ ਵਾਲਾ ਗੁਰੂ, ਉਹਦੀ ਭਾਲ ਦੇ ਵਿੱਚ ਲੱਗੇ ਹੋਏ ਕਿ ਸਾਡਾ ਤੇ ਫਲਾਣਾ ਗੁਰੂ ਹੈ ਜੀ, ਫਿਰ ਉਹ ਮਰ ਜਾਂਦਾ ਹੈ, ਫਿਰ ਅੱਗੇ ਹੋਰ ਕਿਸੇ ਗੁਰੂ ਦੀ ਭਾਲ ਵਿੱਚ ਲੱਗ ਜਾਈਦਾ। ਪਰ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਗ੍ਰੰਥ ਸਾਹਿਬ ਦੀ ਬੀੜ ਸਤਿਗੁਰਾਂ ਨੇ ਆਪਣੀ ਮੌਜੂਦਗੀ ਵਿੱਚ ਤਿਆਰ ਕਰਵਾਈ ਭਾਈ ਗੁਰਦਾਸ ਸਾਹਿਬ ਜੀ ਪਾਸੋਂ। ਤੇ ਜੇ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਲੜ ਨਾ ਲਾਉਣਾ ਹੁੰਦਾ ਤੇ ਫਿਰ ਗੁਰੂ ਸਾਹਿਬ ਸਰੀਰ ਕਰਕੇ ਤਾਂ ਮਹਾਰਾਜ ਮੌਜੂਦ ਨੇ। ਪਰ ਇਹ ਬੜਾ ਵੱਡਾ ਕਾਰਜ ਗੁਰੂ ਸਾਹਿਬ ਜੀ ਨੇ ਪਹਿਲੇ ਜਾਮੇ ਦੇ ਵਿੱਚ ਹੀ ਆਰੰਭ ਕਰ ਦਿੱਤਾ ਸੀ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਪੰਜਵੇਂ ਸਰੂਪ ਦੇ ਵਿੱਚ ਗੁਰਦੇਵ ਨੇ, ਸਤਿਗੁਰਾਂ ਨੇ ਬੀੜ ਤਿਆਰ ਕਰਵਾਈ ਤੇ ਦਸਮ ਸਰੂਪ ਦੇ ਵਿੱਚ ਜਾ ਕਰਕੇ ਪੰਥ ਲਈ ਹੁਕਮ ਕਰ ਦਿੱਤਾ ਗਿਆ, ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਹੋਰ ਕਿਸੇ ਦੇਹਧਾਰੀ ਦੀ ਭਾਲ ਵਿੱਚ ਨਹੀਂ ਲੱਗਣਾ, ਨਹੀਂ ਉਸ ਦੀ ਆਸ ਰੱਖਣੀ। ਜੇ ਤੁਸੀਂ ਮਿਲਣਾ ਚਾਹੁੰਦੇ ਹੋ ਗੁਰੂ ਨੂੰ ਤੇ ਫਿਰ ਗੁਰਦੇਵ ਕਹਿੰਦੇ ਖੋਜ ਸ਼ਬਦ ਮੈਲੇ। ਜੇ ਗੁਰਸਿੱਖੋ ਸ਼ਬਦ ਦੀ ਕਮਾਈ ਕਰੋਗੇ ਤੇ ਸ਼ਬਦ ਦੇ ਵਿੱਚੋਂ ਹੀ ਤੁਹਾਨੂੰ ਗੁਰੂ ਦੇ ਸਰੀਰ ਦੇ ਦਰਸ਼ਨ ਹੋਣਗੇ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਹ ਬਚਨ ਸਨ ਕਿ ਸ਼੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨਹਿ ਦਰਸੈ। ਪਰ ਅੱਜ ਕਹਿੰਦੇ ਨੇ ਫਲਾਣਾ ਦੇਹਧਾਰੀ ਗੁਰੂ ਸਾਡਾ, ਪਰ ਜਦ ਲੋੜ ਪੈਂਦੀ ਹੈ ਕਿਸੇ ਕਾਰਜਾਂ ਵਾਸਤੇ ਫਿਰ ਆ ਕੇ ਕਹਿੰਦੇ ਨੇ ਗੁਰੂ ਘਰ ਵਿੱਚ ਕਿ ਸਾਨੂੰ ਬੀੜ ਲਿਜਾਣ ਦਿਓ। ਤੇ ਜੇ ਗੁਰੂ ਹੀ ਉਹ ਦੇਹਧਾਰੀ ਮੰਨਣਾ ਹੈ ਤੇ ਫਿਰ ਉਸੇ ਦੇਹਧਾਰੀ ਦੇ ਸਰੀਰ ਓਨੇ ਕੁ ਬਣਾ ਕੇ ਰੱਖੋ ਕਿ ਜਿਹੜੇ ਘਰ ਵਿੱਚ ਲੋੜ ਪੈਂਦੀ ਹੈ ਉਹਨੂੰ ਕਹਿ ਫਿਰ ਅਨੇਕ ਰੂਪ ਧਾਰਨ ਕਰ ਲੈ। ਸਾਡੇ ਘਰ ਵਿੱਚ ਵੀ ਆ ਜਾ, ਫਲਾਣੇ ਦੇ ਘਰ ਵਿੱਚ ਵੀ ਉਸੇ ਦਿਨ ਹੀ ਸਮਾਗਮ ਹੈ। ਪਰ ਉਹ ਗੁਰੂ ਨੂੰ ਕੇਵਲ ਸਮਾਗਮਾਂ ਵਾਸਤੇ ਰੱਖਣਾ, ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ, ਤੇ ਉਂਝ ਕਹਿਣਾ ਕਿ ਅਸੀਂ ਜੀ ਫਲਾਣੇ ਗੁਰੂ ਨੂੰ ਮੰਨਦੇ ਹਾਂ ਜਿਹੜਾ ਦੇਹਧਾਰੀ ਸਰੀਰ ਕਰਕੇ ਮੌਜੂਦ। ਪਰ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਤੇ ਬਚਨ ਕੀਤੇ, ਸ਼੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨਹਿ ਦਰਸੈ ਹੈ। ਗ੍ਰੰਥ ਹਿਰਦਾ ਗੁਰ ਕੋਏ ਜਾਨੋ, ਉੱਤਮ ਹੈ ਸਭ ਕਾਲ ਰਹਿ। ਇਹ ਗ੍ਰੰਥ ਸਾਹਿਬ ਦੀ ਬੀੜ, ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਮਹਾਰਾਜ ਕਹਿੰਦੇ ਨੇ ਇਹ ਗੁਰੂ ਕਾ ਹਿਰਦਾ ਹੈ। ਇਸ ਲਈ ਉੱਤਮ ਹੈ ਸਭ ਕਾਲ ਰਹਿ। ਹਰ ਸਮੇਂ ਮੌਜੂਦ ਰਹਿਣ ਵਾਲਾ ਗੁਰੂ ਸਾਨੂੰ ਸਤਿਗੁਰੂ ਦੇ ਕੇ ਗਏ ਨੇ ਤੇ ਇਹ ਹਰ ਥਾਂ ਹਰ ਸਮੇਂ ਇਸ ਦਾ ਪ੍ਰਕਾਸ਼ ਹੋ ਸਕਦਾ ਹੈ। ਮੇਰੇ ਸਰੂਪ ਤੇ ਜਾਂ ਤੇ ਹੈ ਦੀਰਘ। ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਮੇਰੇ ਸਰੂਪ ਤੇ ਜਾਂ ਤੇ ਹੈ ਦੀਰਘ। ਦੀਰਘ ਹੁੰਦਾ ਹੈ ਵੱਡਾ। ਮਹਾਰਾਜ ਕਹਿੰਦੇ ਮੇਰੇ ਸਰੂਪ ਨਾਲੋਂ ਵੱਡਾ ਹੈ ਇਹ ਗ੍ਰੰਥ ਸਾਹਿਬ ਦਾ ਦਰਜਾ। ਤੇ ਗੁਰੂ ਅਰਜਨ ਦੇਵ ਸਾਹਿਬ ਨੇ ਇਕੱਲੇ ਬਚਨ ਕਹੇ ਨਹੀਂ, ਪਹਿਲਾਂ ਮਹਾਰਾਜ ਦਾ ਆਸਣ ਸੀ ਕੋਠਾ ਸਾਹਿਬ, ਪਰ ਜਿੱਦਣ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ, ਬਾਬਾ ਬੁੱਢਾ ਸਾਹਿਬ ਪੁੱਛਦੇ ਨੇ ਅੱਗੇ ਪ੍ਰਸੰਗ ਚ ਆਵੇਗਾ, ਮਹਾਰਾਜ ਤੁਹਾਡਾ ਆਸਣ, ਸਤਿਗੁਰੂ ਕਹਿੰਦੇ ਸਾਡਾ ਆਸਣ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਉਹ ਪਲੰਘੇ ਤੇ ਬਿਰਾਜਮਾਨ ਹੋਵੇ, ਸਾਡਾ ਆਸਣ ਮਹਾਰਾਜ ਕਹਿੰਦੇ ਭੁੰਜੇ ਲਾਓ। ਇਹ ਬਚਨ ਗੁਰਦੇਵ ਨੇ ਕਹੇ ਤੇ ਮਹਾਰਾਜ ਨੇ ਇਹਨੂੰ ਅਮਲੀ ਰੂਪ ਵੀ ਦਿੱਤਾ ਹੈ। ਮੇਰੇ ਸਰੂਪ ਤੇ ਜਾਂ ਤੇ ਹੈ ਦੀਰਘ, ਕਿ ਮੇਰੇ ਸਰੂਪ ਨਾਲੋਂ ਵੱਡਾ ਗ੍ਰੰਥ ਸਾਹਿਬ ਦਾ ਸਰੂਪ ਹੈ। ਪਰ ਦੇਹਧਾਰੀ ਉਹ ਗੁਰੂ ਬਾਣੀ ਦਾ ਹੀ ਪ੍ਰਕਾਸ਼ ਉਹਦੇ ਬਰਾਬਰ ਬੈਠ ਕੇ ਆਸਣ ਲਾ ਕੇ ਆਪਣੇ ਤੇ ਚੌਰ ਕਰਾ ਕੇ ਕੀ ਦੱਸਦੇ ਨੇ ਕਿ ਅਸੀਂ ਬਰਾਬਰ। ਗੁਰੂ ਅਰਜਨ ਦੇਵ ਸਾਹਿਬ ਨੇ ਤੇ ਆਪਣਾ ਆਸਣ ਭੁੰਜੇ ਉਦਣ ਤੋਂ ਲਾ ਲਿਆ ਸੀ। ਮਹਾਰਾਜ ਕਹਿੰਦੇ ਮੇਰੇ ਸਰੂਪ ਤੋਂ ਇਹ ਗ੍ਰੰਥ ਸਾਹਿਬ ਦਾ ਦਰਜਾ ਉੱਚਾ ਹੈ, ਇਸ ਦਾ ਦਰਜਾ ਬਹੁਤ ਵੱਡਾ ਹੈ। ਸਾਹਿਬ ਜਾਨ ਅਦਾਇਬ ਕਹਿ ਹੈ। ਸਾਹਿਬ ਮਾਲਕ ਜਾਣ ਕੇ ਸੰਗਤ ਜੀ ਗੁਰਸਿੱਖੋ ਤੁਸੀਂ ਇਸ ਬੀੜ ਦਾ ਗ੍ਰੰਥ ਸਾਹਿਬ ਦਾ ਅਦਬ ਕਰਨਾ ਹੈ। ਪੂਜੋ ਚੰਦਨ ਕੇਸਰ ਕੋ ਘਸ। ਇਹ ਸਿੱਖਾਂ ਦੀ ਸ਼ਰਧਾ ਹੈ ਕੇਸਰ ਅਤੇ ਚੰਦਨ ਨੂੰ ਘਸਾ ਕੇ
ਉਹਦੇ ਵੀ ਛਿੜਕਾ ਸੁਗੰਧੀਆਂ ਕਰਨੀਆਂ। ਇਸ ਤਰ੍ਹਾਂ ਵੀ ਪੂਜਨ ਕਰਦੇ ਹਨ। ਧੂਪ ਤੁਖਾਏ ਕੈ ਫੂਲ ਚੜ੍ਹੈ ਗੁਰੂ ਦਰਬਾਰ ਦੇ ਵਿੱਚ ਲਿਆ ਕਰਕੇ ਸੁੰਦਰ ਫੁੱਲ ਚੜਾਉਣੇ ਸਿੱਖਾਂ ਦੀ ਸ਼ਰਧਾ ਹੈ। ਇਹ ਉਹਨਾਂ ਦਾ ਪ੍ਰੇਮ ਹੈ ਕਿ ਜਿੱਥੇ ਬੀੜ ਦਾ ਪ੍ਰਕਾਸ਼ ਹੋਵੇ ਉੱਥੇ ਸੁੰਦਰ ਫੁੱਲਾਂ ਦੀਆਂ ਮਾਲਾ ਲਿਆ ਕੇ ਰੱਖਣੀਆਂ, ਸੁੰਦਰ ਕੇਸਰ ਤੇ ਚੰਦਨ ਨੂੰ ਘਸਾ ਕੇ ਉਹਦਾ ਛਿੜਕਾਅ ਕਰਨਾ। ਅੱਜ ਕੱਲ੍ਹ ਤੇ ਕੁਝ ਕੈਮੀਕਲਾਂ ਵਾਲੇ ਪਰਫਿਊਮ ਵਰਤੇ ਜਾਂਦੇ ਨੇ, ਪਰ ਉਹ ਪਹਿਲੇ ਸਮੇਂ ਗੁਰੂ ਸਾਹਿਬ ਜੀ ਨੇ ਚੰਦਨ ਅਤੇ ਕੇਸਰ ਨੂੰ ਘਸਾ ਕੇ ਜਿਹੜੀਆਂ ਕੁਦਰਤੀਆਂ ਸੁਗੰਧੀਆਂ ਸਨ, ਉਹ ਕੁਦਰਤ ਦੀ ਦੇਣ ਜਿਹੜੀ ਸੀ, ਉਹਦਾ ਛਿੜਕਾ ਲਿਆ ਕੇ ਮਹਾਰਾਜ ਜੀ ਨੇ ਉੱਥੇ ਕੀਤਾ, ਦਰਬਾਰ ਵਿੱਚ ਕਰਨਾ। ਇਹ ਗੁਰੂ ਸਾਹਿਬ ਜੀ ਨੇ ਹੁਕਮ ਸੰਗਤਾਂ ਨੂੰ ਕੀਤਾ ਕਿ ਇਸ ਤਰ੍ਹਾਂ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਦਾ ਤੁਸੀਂ ਸਤਿਕਾਰ ਕਰਨਾ ਹੈ। ਅਤੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਅੱਜ ਤੱਕ ਉਸੇ ਤਰ੍ਹਾਂ ਜਿਹੜਾ ਪੰਥ ਹੈ ਉਹ ਗੁਰੂ ਸਾਹਿਬ ਦੇ ਬਚਨਾਂ 'ਤੇ ਪਹਿਰਾ ਦਿੰਦਾ ਆ ਰਿਹਾ। ਇਸੇ ਤਰ੍ਹਾਂ ਮਹਾਰਾਜ ਦੇ ਦਰਬਾਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਕੋਈ ਵੀ ਆ ਜਾਵੇ ਗੁਰੂ ਦਰਬਾਰ ਵਿੱਚ, ਉਹ ਜਿਹੜਾ ਹੈ ਉਹ ਭੁੰਜੇ ਹੀ ਬੈਠ ਕੇ ਆਪਣੇ ਆਪ ਨੂੰ ਵਡਭਾਗਾ ਜਾਣਦਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਾ ਹੀ ਕਿਸੇ ਨੂੰ ਉੱਠ ਕੇ ਮਾਣ ਅਤੇ ਸਤਿਕਾਰ ਦੇਈਦਾ ਹੈ, ਕਿਉਂਕਿ ਜੇ ਗੁਰੂ ਅਰਜਨ ਸਾਹਿਬ ਆਪ ਕਹਿ ਰਹੇ ਨੇ ਪ੍ਰਤੱਖਰ ਕਿ ਮੇਰੇ ਸਰੂਪ ਤੇ ਜਾਂ ਤੇ ਹੈ ਦੀਰਘ, ਕਿ ਮੇਰੇ ਸਰੂਪ ਨਾਲੋਂ ਵੀ ਵੱਡਾ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ। ਅਤੇ ਇਸ ਲਈ ਭੁੱਲ ਕੇ ਵੀ ਗੁਰੂ ਦਰਬਾਰ ਵਿੱਚ ਉੱਠ ਕੇ ਕਿਸੇ ਹੋਰ ਨੂੰ ਸਤਿਕਾਰ ਦੇਣ ਲਈ ਖੜ੍ਹੇ ਹੋਣਾ, ਉਹਦਾ ਸਤਿਕਾਰ ਕਰਨਾ ਜਾਂ ਸੰਗਤ ਵਿੱਚ ਵੱਖਰੀ ਵਿਛਾਈ ਕਰਕੇ ਉਹਨੂੰ ਬਿਠਾਉਣਾ, ਇਸ ਤਰ੍ਹਾਂ ਕਰਨ ਵਾਲਾ ਜਿਹੜਾ ਉਹ ਤਨਖਾਹੀਆ ਵੀ ਕਹਾਇਆ ਜਾਂਦਾ ਹੈ। ਸੋ ਜਿਸ ਤਰ੍ਹਾਂ ਇਹ ਪ੍ਰਸੰਗ ਚੱਲ ਰਿਹਾ ਹੈ, ਇਹ ਆਪਾਂ ਵਿਚਾਰ ਆਉਂਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਸਮਾਂ ਨਿਯਤ ਕੀਤਾ ਸਮਾਪਤ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਮੇਰੇ ਸਰੂਪ ਤੇ ਜਾਂ ਤੇ ਹੈ ਦੀਰਘ, ਸਾਹਿਬ ਜਾਨ ਅਗਾਇਬ ਕੈ ਹੈ। ਪੂਜਹੁ ਚੰਦਨ ਕੇਸਰ ਕੋ ਘਸ, ਧੂਪ ਤੁਖਾਏ ਕੈ ਫੂਲ ਚੜ੍ਹੈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।